ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ। ਮੈਂ ਹਾਂ ਸਰਪਾਲ ਸਿੰਘ ਵਿਨੀਪੈਗ ਕੈਨੇਡਾ ਤੋਂ। ਇਸੇ ਮਹੀਨੇ ਦੀ 6 ਤਰੀਕ ਨੂੰ ਪਹਿਲਾਂ ਇੱਕ ਵੱਡੀ ਕਿਸਾਨ ਰੈਲੀ ਦਾ ਆਯੋਜਨ ਵਿਨੀਪੈਗ ਦੇ ਸ਼ਹਿਰ ਵਿੱਚ ਕੀਤਾ ਗਿਆ ਸੀਗਾ। ਅੱਜ ਦੁਬਾਰਾ ਫੇਰ ਅਸੀਂ ਅੱਜ ਸੂਬੇ ਦੀ ਵਿਧਾਨ ਸਭਾ ਦੇ ਬਾਹਰ ਖੜ੍ਹੇ ਹਾਂ, ਜਿੱਥੇ ਕਿ -20 ਤੋਂ 25 ਦੇ ਕਰੀਬ ਮੇਰੇ ਖਿਆਲ ਨਾਲ ਟੈਂਪਰੇਚਰ ਅੱਜ ਹੈਗਾ। ਇੰਨੀ ਠੰਡ ਦੇ ਵਿੱਚ ਜੋ ਕਿਸਾਨ ਭਾਰਤੀ ਭਾਈਚਾਰੇ ਦੇ ਜਾਂ ਪੰਜਾਬੀ ਭਾਈਚਾਰੇ ਦੇ ਲੋਕ ਆ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ। ਤਾਂ ਲਗਾਤਾਰ ਇਹ ਜੋ ਨਰਿੰਦਰ ਮੋਦੀ ਸਰਕਾਰ ਨੇ 3 ਖੇਤੀ ਕਾਨੂੰਨ ਲਿਆਂਦੇ ਨੇ, ਜੋ ਕਿ ਉਹਨਾਂ ਨੂੰ ਰੱਦ ਕਰਨ ਦੇ ਲਈ, ਉਹਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਇਹ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਆਪਾਂ ਇਹਨਾਂ ਦੇ ਨਾਲ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਕਿ ਇੰਨੀ ਠੰਡ ਦੇ ਵਿੱਚ ਦੁਬਾਰਾ ਜਦ ਰੈਲੀ ਨਿਕਲ ਚੁੱਕੀ ਸੀ ਤੇ ਦੁਬਾਰਾ ਕੀ ਲੋੜ ਮਹਿਸੂਸ ਹੋਈ ਆ। ਹਾਂਜੀ ਬਰਾੜ ਸਾਹਿਬ, ਅੱਜ ਜਿਹੜਾ ਤੁਸੀਂ ਇੱਥੇ ਆਪਣਾ ਇਹ ਪ੍ਰੋਗਰਾਮ ਲਿਖਿਆ ਹੈ, ਇਸ ਤੋਂ ਪਹਿਲਾਂ ਵੀ ਰੈਲੀ ਵਿਨੀਪੈਗ ਦੇ ਵਿੱਚ ਜਿਹੜੀ ਹੋਈ ਆ 6 ਤਰੀਕ ਨੂੰ, ਕਾਫੀ ਵੱਡੀ ਸਕਸੈਸਫੁਲ ਰੈਲੀ ਹੋਈ ਹੈ। ਅੱਜ ਫਿਰ ਦੁਬਾਰਾ ਤੁਹਾਨੂੰ ਕੀ ਲੋੜ ਮਹਿਸੂਸ ਹੋਈ ਵੀ ਤੁਸੀਂ ਇੱਥੇ ਇਕੱਠ ਕਰਕੇ ਇਹ ਪ੍ਰਦਰਸ਼ਨ ਰੋਜ਼ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹੋ? ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਮੀਡੀਆ ਦੇ ਜ਼ਰੀਏ ਅਜੀਤ ਅਖਬਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ, ਵੈਬ ਚੈਨਲ ਦਾ, ਜਿਨ੍ਹਾਂ ਨੇ ਇੰਨਾ ਤੁਸੀਂ ਸਹਿਯੋਗ ਦੇ ਰਹੇ ਹੋ। ਜੋ ਵੀ ਇੱਥੇ ਸ਼ਾਂਤਮਈ ਪ੍ਰੋਟੈਸਟ ਹੋ ਰਹੇ ਆ ਉਹਦੇ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਅਦਾ ਕਰ ਰਹੇ ਹੋ, ਜਿੰਨੀ ਵੀ ਪ੍ਰੈਸ ਆਪਣੀ। ਅਤੇ ਇਹਦੇ ਵਿੱਚ ਇਹ ਮਕਸਦ ਸੀ, ਹੁਣ ਬਹੁਤ ਟਾਈਮ ਲੰਮਾ ਸਮਾਂ ਜਿਹੜਾ ਆਪਣਾ ਉੱਥੇ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਇੰਡੀਆ ਦੇ ਵਿੱਚ, ਯਾਨੀ ਕਿ ਮੋਦੀ ਸਰਕਾਰ ਦੇ ਅਗੇਂਸਟ। ਸੋ ਉਹਨਾਂ ਨੂੰ ਇੱਕ ਦੱਸਣ ਲਈ ਵੀ ਜੇ ਅਸੀਂ ਇੱਥੇ -35-40 ਦੇ ਵਿੱਚ ਸਨੋ ਪੈਂਦੀ 'ਚ ਵੀ ਅਸੀਂ ਉਹਨਾਂ ਦੀ ਸਪੋਰਟ ਕਰਨ ਲਈ ਇਹ ਅਸੀਂ ਪ੍ਰੋਟੈਸਟ ਸ਼ਾਂਤਮਈ ਕਰ ਰਹੇ ਹਾਂ, ਤਾਂ ਕਿ ਉੱਥੋਂ ਦੀ ਇੰਡੀਆ ਗਵਰਨਮੈਂਟ ਦੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਕੋਈ ਸਮਝ ਲੱਗੇ ਵੀ ਜਿਹੜੇ ਇਹ ਕਾਨੂੰਨ ਸਾਡੇ 'ਤੇ ਲਾਗੂ ਕੀਤੇ ਗਏ ਨੇ, ਇਹਨਾਂ ਨੂੰ ਵਾਪਸ ਕੀਤਾ ਹੈ ਅਤੇ ਰੱਦ ਕੀਤੇ ਜਾਣ। ਇਹਦੇ ਵਿੱਚ ਸਭ ਤੋਂ ਵੱਡੀ ਇਹ ਗੱਲ ਹੈ ਜੀ, ਅਸੀਂ ਮੰਨਦੇ ਹਾਂ ਵੀ ਉਹ ਕਹਿੰਦੇ ਵੀ ਤੁਹਾਨੂੰ ਇਹਦੀ ਸਮਝ ਨਹੀਂ ਆਈ ਕਾਨੂੰਨ ਦੀ। ਹਾਂਜੀ। ਉਹਦੇ ਵਿੱਚ ਵੇਖੋ, ਆਪਣੇ ਜਿਹੜੇ ਸਾਬਕਾ IAS ਅਫੀਸਰ ਜਿਹਦੇ ਵਿੱਚ ਸਵਰਨ ਸਿੰਘ ਬੋਪਾ ਰਾਏ ਵਰਗੇ ਵਧੀਆ ਕੁਆਲੀਫਿਕੇਸ਼ਨ ਜਿਹੜੇ ਗ੍ਰਹਿ ਮੰਤਰਾਲੇ ਦੇ ਵੀ ਸਕੱਤਰ ਰਹੇ ਨੇ, ਉਹਨਾਂ ਨੇ ਸਾਰੇ ਉਹਨਾਂ ਦੀ ਸਪੋਰਟ 'ਤੇ ਆਏ। ਜਿੰਨੇ ਆਪਣੇ ਬਾਰ ਐਸੋਸੀਏਸ਼ਨ ਸੀ, ਚਾਹੇ ਇੰਡੀਆ ਬਾਰ ਕਾਉਂਸਲਿੰਗ ਸੀ, ਵਕੀਲ ਭਾਈਚਾਰਾ ਆਪਣਾ ਸਾਰਾ, ਉਹ ਉਹਨਾਂ ਦੀ ਸਪੋਰਟ 'ਤੇ ਆਇਆ। ਮੰਨਦੇ ਹਾਂ ਵੀ ਜੇ ਇਹ ਬਿੱਲ ਵਾਕਈ ਸਹੀ ਹੁੰਦੇ ਤਾਂ ਉਹ ਆਪਣੀ ਸਪੋਰਟ 'ਤੇ ਨਹੀਂ ਆਉਂਦੇ ਸੀ। ਫਿਰ ਇੱਡਾ ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਰਹਿ ਗਈ? ਮੋਦੀ ਸਰਕਾਰ ਦਾ ਬਾਰ-ਬਾਰ ਇਹ ਕਹਿਣਾ ਕਿ ਅਸੀਂ ਸਾਨੂੰ ਸਮਝਾ ਨਹੀਂ ਸਕੇ ਕਿਸਾਨਾਂ ਨੂੰ। ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਰਹਿ ਗਈ ਹੈ, ਵੀ ਜਾਂ ਵੀ ਉਹ ਐਡਾ ਹੀ ਜ਼ਿਆਦਾ ਬੇਵਕੂਫ ਸਮਝ ਰਹੇ ਆ ਵੀ ਕਿਸਾਨਾਂ ਨੂੰ, ਜਿਹਨਾਂ ਨੂੰ ਹਾਲੇ ਤੱਕ ਸਮਝ ਹੀ ਨਹੀਂ ਆਈ? ਕਮੀ ਨਹੀਂ ਮੰਨਦੇ ਜੀ, ਉਹਨਾਂ ਦੇ ਮਗਰ ਜਿਹੜੀਆਂ ਬੈਕ 'ਤੇ ਜਿੰਨਾ ਬੰਦਿਆਂ ਨੇ ਇਨਵੈਸਟਮੈਂਟ ਲਾਇਆ, ਜਿਹੜੇ ਬੜੇ ਕਾਰਪੋਰੇਟ ਘਰਾਣੇ ਤਕੜੇ ਨੇ, ਸਾਰੇ ਮੀਡੀਆ 'ਚ ਅੱਜ ਚੱਲ ਰਹੀ ਹੈ ਗੱਲਬਾਤ, ਉਹ ਉਹਨਾਂ ਨੂੰ ਧੱਕੇ ਨਾਲ ਜਾਣੀ ਕਿ ਮਜਬੂਰ ਕਰ ਰਹੇ ਨੇ। ਅਸੀਂ ਮੰਨਦੇ ਹਾਂ ਵੀ ਜੇ ਸਾਡਾ ਮਾਨਯੋਗ ਪ੍ਰਧਾਨ ਮੰਤਰੀ ਜੇ ਇੱਕ ਚੰਗੀ ਕਾਬਲੀਅਤ ਹੁੰਦੀ, ਵਾਕਈ ਉਹਦੇ ਪਿੱਛੇ ਨਾ ਕੋਈ ਇਹੋ ਜਿਹੇ ਕਾਰਪੋਰੇਟ ਘਰਾਣਿਆਂ ਦਾ ਹੱਥ ਹੁੰਦਾ, ਉਹ ਵਾਕਈ ਸਹੀ ਫੈਸਲਾ ਲੈਂਦੇ। ਪਰ ਅੱਜ ਵੀ ਉਹਨਾਂ ਕੋਲੇ ਮੌਕਾ ਵੀ ਜੋ ਇੰਨਾ ਕਿਸਾਨ ਇੰਨੀ ਠੰਡ ਦੇ ਵਿੱਚ, ਉੱਥੇ ਵੇਖੋ ਕਿੰਨੇ ਜਾਣੇ ਕਿਸਾਨ ਆਪਣੇ ਸ਼ਹੀਦ ਹੋ ਗਏ ਠੰਡ ਦੇ ਕਾਰਨ ਨਾ, ਫਿਰ ਵੀ ਅਸੀਂ ਡਟੇ ਹੋਏ ਹਾਂ, ਕਿਉਂਕਿ ਸਾਡੇ 'ਤੇ ਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ। ਸਾਡੇ ਵੀ ਸਾਹਿਬਜ਼ਾਦੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਸੀ, ਅਤੇ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਵੀ ਸਾਡੇ ਮੁੱਢ ਤੋਂ, ਜਾਣੀ ਕਿ ਜਿਹੜਾ ਹੈਗਾ ਇੱਕ ਸਿੱਖ ਕੌਮ ਨੇ, ਚਾਹੇ ਇੱਕ ਕਿਸਾਨ ਆਪਾਂ ਪੰਜਾਬ ਭਾਈਚਾਰਾ, ਉਹਨੇ ਕੋਈ ਵੀ ਲਹਿਰ ਉੱਠੀ ਆ, ਨਾ ਮਿਲਵਰਤਨ ਲਹਿਰ ਉੱਠੀ ਆ, ਉਹ ਇੱਕ ਪੰਜਾਬ ਤੋਂ ਹੀ ਸਟਾਰਟ ਹੋਇਆ। ਅਤੇ ਸੋ ਮੈਂ ਇਹਦੇ ਕਰਕੇ ਹੀ ਤੁਹਾਨੂੰ ਦੂਰੀ ਵਾਰ ਫਿਰ ਇਹੀ ਕਹਿਣਾ ਚਾਹੁੰਦਾ ਵੀ ਮੋਦੀ ਸਰਕਾਰ ਇਹ ਬਿੱਲ ਜਿਵੇਂ ਦੀ ਤਿਵੇਂ ਵਾਪਸ ਲੈਣੇ ਚਾਹੀਦੇ ਉਹਨਾਂ ਨੂੰ। ਆਪਣੀ ਪੰਨੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਇੰਨੇ ਲਗਭਗ 1 ਮਹੀਨੇ ਤੋਂ ਉੱਪਰ ਹੋ ਗਿਆ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ, ਇੰਨੀ ਠੰਡ ਦੇ ਬਾਵਜੂਦ ਉੱਥੇ ਬੈਠੇ ਡਟੇ ਹੋਏ ਨੇ, ਲਗਾਤਾਰ ਸੰਘਰਸ਼ ਤਿੱਖਾ ਹੀ ਹੋ ਰਿਹਾ ਹੈ, ਪਰ ਇੱਕ ਜੋ ਡੈਡ ਲੌਕ ਜਾਰੀ ਹੋ ਗਿਆ ਹੈ ਵੀ ਜਿੱਥੇ ਖੜੋਤ ਆ ਗਈ, ਕਿਉਂਕਿ ਗੱਲਬਾਤ ਦੇ ਨਾਲ ਹੀ ਮਸਲਾ ਹੱਲ ਹੋਣਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸਾਨ ਜਥੇਬੰਦੀਆਂ ਬਹੁਤ ਵਧੀਆ ਕਰ ਰਹੀਆਂ, ਕੀ ਹੋਰ ਇਸ ਤੋਂ ਵਧੀਆ ਕਰ ਸਕਦੇ ਨੇ ਕਿ ਮੋਦੀ ਸਰਕਾਰ ਦੇ ਕੰਨਾਂ ਤੱਕ ਇੱਕਦਮ ਹੋਰ ਉੱਚੀ ਤਰ੍ਹਾਂ ਨਾਲ ਆਵਾਜ਼ ਪਹੁੰਚਾਈ ਜਾ ਸਕੇ? ਹਾਂਜੀ, ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਸੋਹਣਾ ਇੱਕ ਪ੍ਰੋਗਰਾਮ ਪਿਛਲੇ 1 ਮਹੀਨੇ ਤੋਂ ਜਿਹੜਾ ਦਿੱਲੀ ਦੇ ਵਿੱਚ ਚੱਲ ਰਿਹਾ ਹੈਗਾ। ਬੇਸਿਕਲੀ ਇਹ ਤਾਂ 3-4 ਮਹੀਨੇ ਤੋਂ ਉੱਪਰ ਜਿਹੜਾ ਪ੍ਰੋਟੈਸਟ ਹੈਗਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਚੱਲ ਰਿਹਾ ਸੀਗਾ, ਪਰ ਪਿਛਲੇ 1 ਮਹੀਨਾ ਤਕਰੀਬਨ ਹੋ ਗਿਆ ਜੀ ਜਿਹੜਾ ਦਿੱਲੀ ਦੇ ਵਿੱਚ ਇਹ ਪੀਸਫੁਲੀ ਪ੍ਰੋਟੈਸਟ ਚੱਲ ਰਿਹਾ। ਔਰ ਜਿਹੜੇ ਸਰਕਾਰ ਦਾ ਜਿਹੜਾ ਰਵੱਈਆ ਉਹ ਬਹੁਤ ਅੜੀਅਲ ਰਵੱਈਆ ਹੈਗਾ, ਔਰ ਮੈਂ ਮੰਨਦਾ ਦੇਸ਼ ਦੇ ਇੱਕ ਨਾਗਰਿਕਾਂ ਦੀ ਇਹ ਇੱਕ ਡਿਸਰਿਸਪੈਕਟ ਹੈਗੀ ਆ
ਕਿ ਉਹਨਾਂ ਨੂੰ ਪ੍ਰੋਪਰ ਸੁਣਿਆ ਨਹੀਂ ਜਾ ਰਿਹਾ। ਉਹਨਾਂ ਨੇ ਇੱਕ ਜੇ ਗੱਲਬਾਤ ਵਾਸਤੇ ਵੀ ਜੇ ਉਹਨਾਂ ਨੂੰ ਬੁਲਾਉਂਦੇ ਆ ਤਾਂ ਉਹਨਾਂ ਦਾ ਵੀ ਗੱਲਬਾਤ ਕਰਨ ਦਾ ਤਰੀਕਾ ਵੀ ਇੱਕ ਬਹੁਤ ਵਧੀਆ ਨਹੀਂ ਹੈਗਾ, ਕਿਉਂਕਿ ਸਰਕਾਰ ਵੱਲੋਂ ਗੱਲਬਾਤ ਕਰਨ ਦਾ ਤਰੀਕਾ ਵਧੀਆ ਨਾ ਹੋਣ ਕਰਕੇ ਇਸ ਜਿਹੜਾ ਮਸਲੇ ਦਾ ਹਜੇ ਤੱਕ ਕੋਈ ਪ੍ਰੋਪਰ ਹੱਲ ਨਹੀਂ ਨਿਕਲ ਸਕਿਆ। ਸੋ ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਪੂਰੇ ਜੋ ਹੈਗੇ ਇੱਕ ਜਨ ਅੰਦੋਲਨ ਜਿਹੜਾ ਹੈਗਾ, ਪੂਰੇ ਲੋਕ ਜਿਹੜੇ ਇੱਕ ਪਾਸੇ ਡਟੇ ਹੋਏ ਨੇ, ਦੂਜੇ ਪਾਸੇ ਇੱਕ ਜਿਹੜੀ ਸਰਕਾਰ ਆ ਉਹ ਵੀ ਆਪਣੇ ਜਿਹੜੇ ਹੈਗੇ ਆ ਰਵੱਈਏ ਤੇ ਅੜੀ ਹੋਈ ਆ। ਤਾਂ ਜਿੱਥੋਂ ਤੱਕ ਮੈਨੂੰ ਲੱਗਦਾ ਇਹਦਾ ਹੱਲ ਜਿਹੜਾ ਸਰਕਾਰ ਦੇ ਹੱਥ ਦੇ ਵਿੱਚ ਹੀ ਹੈ, ਕਿਉਂਕਿ ਸਰਕਾਰ ਲੋਕਾਂ ਦੁਆਰਾ ਤੇ ਚੁਣੀ ਹੁੰਦੀ ਹੈ ਤੇ ਲੋਕਾਂ ਲਈ ਕੰਮ ਕਰਦੀ ਆ। ਜੇ ਸਰਕਾਰ ਇਹ ਬਿੱਲ ਵਾਪਸ ਲੈਂਦੀ ਆ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੱਕ ਸਰਕਾਰ ਦੇ ਜਿਹੜੇ ਹੈਗਾ ਇਹ ਬਹੁਤ ਹਾਂ ਪੱਖੀ ਵਤੀਰਾ ਹੋਊਗਾ, ਕਿਉਂਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤੇ ਲੋਕਾਂ ਦੁਆਰਾ ਕੰਮ ਕਰ ਰਹੀ ਹੋਵੇਗੀ। ਤੇ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਜਿਹੜਾ ਨਵਾਂ ਪ੍ਰੋਗਰਾਮ ਜਥੇਬੰਦੀਆਂ ਨੂੰ ਕਹਿ ਰਿਹਾ ਦੀ ਗੱਲ ਹੈਗੀ ਆ, ਕਿਉਂਕਿ ਹੁਣ ਤੱਕ ਇਹਨਾਂ ਨੇ ਆਪਣਾ ਪੂਰਾ ਜ਼ੋਰ ਜਥੇਬੰਦੀਆਂ ਤੇ ਆਮ ਲੋਕਾਂ ਨੇ ਲਾ ਚੁੱਕੇ ਆ, ਸਰਕਾਰ ਹਜੇ ਤੱਕ ਟਸ ਤੋਂ ਮਸ ਨਹੀਂ ਹੋਈ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁਣ ਇਹਨਾਂ ਨੂੰ ਜਿਹੜਾ ਉਹ ਪ੍ਰੋਟੈਸਟ ਦਾ ਥੋੜ੍ਹਾ ਜਿਹਾ ਤਰੀਕਾ ਬਦਲਣਾ ਪਵੇਗਾ। ਜਿਹੜੇ ਇਹਨਾਂ ਦੇ ਲੀਡਰਸ਼ਿਪ ਹੈਗੀ ਆ, ਇਹਨਾਂ ਦੇ ਘਰਾਂ ਦਾ ਘਰਾਓ, ਇਹਨਾਂ ਨੂੰ ਵੀ ਆਪਣੇ ਘਰਾਂ ਦੇ ਵਿੱਚ ਨਜ਼ਰਬੰਦ ਕਰਨਾ ਪਊਗਾ, ਕਿਉਂਕਿ ਉਸ ਤਰੀਕੇ ਨਾਲ ਸਰਕਾਰ ਨੂੰ ਹਜੇ ਤੱਕ ਕੋਈ ਵੀ ਫਰਕ ਨਹੀਂ ਪਿਆ। ਜਿੰਨਾ ਚਿਰ ਸਰਕਾਰ ਦੇ ਪ੍ਰੈਸ਼ਰ ਇਹਨਾਂ ਦੇ ਲੈ ਕੇ ਘਰਾਂ ਦਾ ਘਰਾਓ। ਮੋਦੀ ਸਾਹਿਬ ਦਾ ਵਾਰ-ਵਾਰ ਇਹ ਮੋਦੀ ਸਰਕਾਰ ਸਾਰੀ ਬੀਜੇਪੀ ਗਵਰਨਮੈਂਟ ਦਾ ਸਾਰਾ ਇਹ ਜ਼ੋਰ ਲੱਗਾ ਹੈ ਕਿ ਇਹ ਬਿੱਲ ਇੱਕ ਵਧੀਆ ਰਹੂਗਾ, ਕਿਸਾਨਾਂ ਨੂੰ ਇਹਦਾ ਫਿਊਚਰ ਦੇ ਵਿੱਚ ਫਾਇਦਾ ਹੀ ਹੋਊਗਾ। ਤੁਸੀਂ ਜੇ ਸੰਖੇਪ ਦੇ ਵਿੱਚ ਕਹਿਣਾ ਚਾਹੋਗੇ ਵੀ ਤੁਹਾਡੇ ਖਿਆਲ ਦੇ ਨਾਲ ਕਿੰਨਾ ਦਾ ਕਿਸਾਨਾਂ ਨੂੰ ਫਾਇਦਾ ਹੋਣ ਦੀ ਉਮੀਦ ਆ? ਪਹਿਲੇ ਤਾਂ ਗੱਲ ਇਹ ਹੈ ਜੀ, ਜਿਹੜੀ ਮੋਦੀ ਸਰਕਾਰ ਦੀ ਇਮੇਜ ਹੈਗੀ ਆ ਤਾਂ ਉਦੋਂ ਆਪਾਂ ਆਸ ਨਹੀਂ ਕਰ ਸਕਦੇ ਕਿ ਜਿਹੜੇ ਪਹਿਲਾਂ, ਕਿਉਂਕਿ ਆਪਾਂ ਕਿਸੇ ਵਾਰ ਜਿਹੜੀ ਪਰਸੈਪਸ਼ਨ ਬਣਦੀ ਆ ਉਹਦੇ ਫਿਊਚਰ ਜਿਹੜੇ ਜੋ ਪਹਿਲਾਂ ਉਹਨੇ ਕੰਮ ਕੀਤੇ ਹੁੰਦੇ ਆ ਉਹਨਾਂ ਦੇ ਬਿਹਾਫ ਤੇ ਬਣਦੀ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦਾ ਕੋਈ ਵੀ ਇਹਨਾਂ ਕੋਈ ਠੋਸ ਫੈਸਲਾ ਵਧੀਆ ਨਹੀਂ ਹੋ ਰਿਹਾ ਜਿਹੜਾ ਲੋਕਾਂ ਦੇ ਪੱਖ ਦੇ ਵਿੱਚ ਗਿਆ ਹੋਵੇ। ਕੋਈ ਨੋਟਬੰਦੀ ਹੋਵੇ, GST ਲੈ ਲਓ, ਜਾਂ ਧਾਰਾ 370 ਜਾਂ CA ਦੇ ਕਾਨੂੰਨ ਲਾ ਲਓ, ਉਹ ਸਾਰੇ ਲੋਕ ਮਾਰੂ ਕਾਨੂੰਨ ਸਨ। ਸੋ ਇਸ ਤੋਂ ਆਪਾਂ ਇਹ ਵੀ ਆਸ ਕਰ ਸਕਦੇ ਹਾਂ ਕਿ ਜਿਹੜਾ ਇਹ ਕਾਨੂੰਨ ਆ, ਇਹ ਕਹਿ ਸਕਦੇ ਕਿ ਪੰਜਾਬ ਤੋਂ ਜਿਹੜੀ ਚਿੰਗਿਆਰੀ ਉੱਠੀ ਹੈ ਇੱਕ ਭਾਂਬੜ ਬਣ ਕੇ ਮੋਦੀ ਸਰਕਾਰ ਤੱਕ ਸੇਕ ਪਹੁੰਚਾਵੇਗੀ। ਹਾਂਜੀ ਬਿਲਕੁਲ, ਕਿਉਂਕਿ ਪਹਿਲਾਂ ਵੀ ਜਿਹੜਾ ਹੈਗਾ ਵੀ ਇੰਡੀਆ ਦੇ ਵਿੱਚ ਕੋਈ ਵੀ ਵੱਡੀ ਐਜੀਟੇਸ਼ਨ ਉੱਠਦੀ ਰਹੀ ਆ ਜਾਂ ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਹੀ ਲੀਡ ਕਰਦਾ ਰਿਹਾ। ਹਾਂ, ਇਸ ਵਾਰੀ ਵੀ ਪੰਜਾਬ ਨੇ ਲੀਡ ਕੀਤਾ। ਤੇ ਜਿਹੜੀਆਂ ਹੁਣ ਕੱਲ੍ਹ ਦੀਆਂ ਲੇਟੈਸਟ ਨਿਊਜ਼ ਆ ਰਹੀਆਂ ਉਧਰ ਉੱਤਰਾਖੰਡ ਵਾਲੇ ਪਾਸਿਓਂ ਵੀ ਤੇ ਦੂਸਰਾ ਹੋਰ ਸਟੇਟਾਂ ਦੇ ਵਿੱਚੋਂ ਵੀ ਜਿਹੜੇ ਹੈਗੇ ਆ ਉਹ ਕਿਸਾਨ ਜਿਹੜੇ ਆ ਦਿੱਲੀ ਵੱਲ ਨੂੰ ਕੂਚ ਕਰ ਚੁੱਕੇ ਆ। ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲ ਗਈ ਜੇ ਪੰਜਾਬ ਇੱਕ ਬਹੁਤ ਛੋਟਾ ਜਿਹਾ ਸਟੇਟ ਹੈਗਾ, ਇਹ ਜੇ ਮੋਦੀ ਸਰਕਾਰ ਦੇ ਅੱਗੇ ਜਾਂ ਸੈਂਟਰ ਅੱਗੇ ਅੜ ਸਕਦਾ ਤਾਂ ਅਸੀਂ ਕਿਉਂ ਨਹੀਂ। ਤਾਂ ਕਿਤੇ ਨਾ ਕਿਤੇ ਜੇ ਚਾਰ ਚਵੇਰੋਂ ਜਿਹੜਾ ਹੈਗਾ ਵੀ ਮੋਦੀ ਸਰਕਾਰ ਨੂੰ ਜਿਹੜਾ ਘੇਰਾ ਪੈ ਰਿਹਾ, ਤੇ ਮੈਨੂੰ ਲੱਗਦਾ ਇਹਨਾਂ ਨੂੰ ਇਹ ਜਿਹੜੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਜੀ। ਇੱਕ ਪਾਸੇ ਜਿੱਥੇ ਇੰਨੀ ਭਾਰੀ ਠੰਡ ਹੈ ਉੱਥੇ ਤੁਸੀਂ ਦੇਖਿਆ ਕਿ ਕਿਵੇਂ ਸੇਵਾਦਾਰ ਜੋ ਭਾਰਤੀ ਭਾਈਚਾਰੇ, ਪੰਜਾਬੀ ਭਾਈਚਾਰੇ ਦੇ ਲੋਕ ਜੋ ਹਮੇਸ਼ਾ ਹੀ ਖੜ੍ਹਦੇ ਆ ਤੇ ਏਡਾ ਵੱਡਾ ਸੰਘਰਸ਼ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ। ਕਿਵੇਂ ਚਾਹ ਦਾ, ਸਮੋਸਿਆਂ ਦਾ ਲੰਗਰ ਲਾ ਰਹੇ ਨੇ ਇੱਥੇ ਇੰਨੀ ਠੰਡ ਦੇ ਵਿੱਚ। ਹਾਂਜੀ, ਤੁਸੀਂ ਅੱਜ ਆਏ ਹੋ ਇਸ ਧਰਨੇ ਦੇ ਆਪਣੇ ਪ੍ਰਦਰਸ਼ਨ ਦੇ ਵਿੱਚ, ਕੀ ਸੋਚ ਕੇ ਆਏ ਹੋ ਇੰਨੀ ਠੰਡ ਹੋਣ ਦੇ ਬਾਵਜੂਦ? ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਜੀ GTV ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼ੁਕਰੀਆ। ਜਿਹੜੇ ਤੁਸੀਂ ਸਾਨੂੰ ਇੰਨਾ ਇੱਥੇ ਲਾਈਵ ਦਿਖਾ ਰਹੇ ਹੋ ਇੰਨੀ ਠੰਡ ਵਿੱਚ, ਜਿੱਥੇ -22 ਆ ਵੀਰ ਜੀ। ਅਸੀਂ ਇਹ ਆਪਣਾ ਜਿਹੜਾ ਫਾਰਮਰ ਨੇ ਉਹਨਾਂ ਦੇ ਪ੍ਰੋਡਕਟਸ ਲਈ ਆਏ ਆ, ਕਿਉਂਕਿ ਅਸੀਂ ਆਪ ਪਿੱਛੋਂ ਫਾਰਮਰ ਆ। ਅਸੀਂ ਆਪ ਫਾਰਮਰ ਨੂੰ ਬਿਲੋਂਗ ਕਰਦੇ ਆ। ਸਾਡੇ ਜਿਹੜੇ ਮੇਰੇ ਮੰਮੀ ਡੈਡੀ ਜਾਂ ਮੇਰੇ ਬ੍ਰਦਰ ਆਲ ਫੈਮਿਲੀ ਆ ਜਾਂ ਉਹ ਆਪਣੇ ਪੰਜਾਬੀ ਆ, ਜਿਹੜੇ ਉਹ ਫਾਰਮਿੰਗ ਤੇ ਸਿਰਤੀ ਹੀ ਆਪਣਾ ਚੱਲ ਰਿਹਾ ਕੰਮ। ਸਾਰਾ ਪੰਜਾਬੀ ਸੂਬਾ ਹੀ ਫਾਰਮਿੰਗ ਦਾ ਦੇਸ਼ ਹੀ ਉਹਨਾਂ ਦਾ। ਹਾਂਜੀ, ਫਾਰਮਿੰਗ ਆ। ਤੇ ਕੱਲਾ ਪੰਜਾਬੀ ਸੂਬਾ ਨਹੀਂ ਹੈਗਾ, ਕੱਲਾ ਪੂਰਾ ਵੀ ਲਾ ਲਓ 60% ਕੱਲਾ ਪੰਜਾਬੀ ਸੂਬਾ ਆਪਣਾ ਪੂਰੇ ਇੰਡੀਆ ਨੂੰ ਆਪਣਾ ਅਨਾਜ ਪੈਦਾ ਕਰਕੇ ਦੇ ਰਿਹਾ। ਪਲੱਸ ਜਦੋਂ ਹਰੀ ਕ੍ਰਾਂਤੀ ਜਦੋਂ ਲਿਆਂਦੀ ਸੀ, ਜਦੋਂ ਆਪਣੇ ਇੰਦਰਾ ਗਾਂਧੀ ਅਮਰੀਕਾ ਕੋਲੋਂ ਫਸਲ ਆਪਣਾ ਫੂਡ ਮੰਗਣ ਜਾਂਦੀ ਸੀ, ਤਾਂ ਉਦੋਂ ਇਹਨਾਂ ਨੇ ਪੰਜਾਬੀ ਸੂਬੇ ਕੋਲ ਆਏ। ਉਹਨਾਂ ਨੇ ਕਿਹਾ ਵੀ ਤੁਸੀਂ ਹਰੀ ਕ੍ਰਾਂਤੀ ਲਿਆਓ ਤੇ ਫਾਰਮ ਫੂਡ ਪੈਦਾ ਕਰਕੇ ਦਿਓ। ਆਪਣੇ ਲੋਕਾਂ ਨੇ, ਆਪਣੇ ਫਾਰਮਰਾਂ ਨੇ ਪੂਰੀ ਮਿਹਨਤ ਕੀਤੀ ਤੇ ਆਪਣਾ ਫੂਡ ਪੈਦਾ ਕਰਕੇ ਦਿੱਤਾ। ਠੀਕ ਹੈ ਜੀ। ਹੁਣ ਜਿਹੜਾ ਮੋਦੀ ਸਾਹਿਬ ਨੇ ਇਹ ਸਿਰਫ 2 ਜਣਿਆਂ ਨੂੰ ਫਾਇਦਾ ਪਹੁੰਚਾਉਣ ਲਈ, ਕਿਉਂਕਿ ਫੰਡਿੰਗ ਕਰ ਲੈਂਦੇ ਆ ਉਹਨਾਂ ਤੋਂ ਵੋਟਾਂ ਵਿੱਚ, ਤੇ ਉਹਨਾਂ ਤੋਂ ਫਾਇਦਾ ਬਚਾਉਣ ਲਈ ਇਹ ਸਾਰੇ ਇੰਡੀਆ ਨੂੰ ਮਾਰ ਰਹੇ ਆ। ਉੱਥੇ ਜਿਹੜੇ ਬੈਠੇ ਕਿਸਾਨ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਜਿਹੜੇ ਇੰਨੀ ਠੰਡ ਦੇ ਵਿੱਚ ਏਡਾ ਵੱਡਾ ਇਕੱਠ, ਏਡਾ ਵੱਡਾ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਕਰ ਰਹੇ ਆ, ਵੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਉਹਨਾਂ ਨੂੰ ਸੁਨੇਹਾ ਬਾਈ ਜੀ ਆਪਾਂ ਆਪਾਂ ਬਹੁਤ ਜ਼ਿਆਦਾ ਸਮਝਦਾਰ ਨੇ, ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਜਿਹੜੇ ਉੱਥੇ ਆਗੂ ਨੇ ਨਾ, ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ। ਉਹਨਾਂ ਨੂੰ
ਆਪਾਂ ਸੁਨੇਹਾ ਤਾਂ ਇਹੀ ਦੇ ਸਕਦੇ ਹਾਂ ਵੀ ਉੱਥੇ ਆਪਣੇ ਪੰਜਾਬ ਨੂੰ ਹੋਰ ਜਾ ਕੇ ਹੋਰ ਸਟੇਟਾਂ ਨੂੰ, ਹਰਿਆਣਾ, ਰਾਜਸਥਾਨ, ਜੋ ਵੀ ਫਾਰਮਿੰਗ ਆਪਣੇ ਇੰਡੀਆ ਕਰ ਰਹੇ ਨੇ, ਉਹਨਾਂ ਨੂੰ ਜਾ ਕੇ ਉਹਨਾਂ ਦਾ ਸੰਯੋਗ ਕਰਨਾ ਚਾਹੀਦਾ। ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਆਮ ਲੋਕਾਂ ਨੂੰ ਵੀ ਕਰਨਾ ਚਾਹੀਦਾ, ਕਿਉਂਕਿ ਜੇ ਇਹ ਆ ਗਿਆ ਆਪਣਾ ਪੰਜਾਬ ਦਾ ਕਿਸਾਨ ਜਾਂ ਹੋਰ ਕਿਸਾਨ ਦਾ ਥੋੜ੍ਹਾ ਮੋਟਾ ਟਾਈਮ ਹਜੇ ਟਾਈਮ ਪਾਸ ਕਰ ਲੂਗਾ, ਪਰ ਜਿਹੜਾ ਆਮ ਲੋਕ ਆ ਉਹ ਨਹੀਂ ਕਰ ਸਕਦਾ ਹੈਗਾ। ਕਿਉਂਕਿ ਤੁਸੀਂ ਆਪ ਹੀ ਲਾ ਲਓ, ਜੇ ਤੁਸੀਂ ਆਪਾਂ ਤੋਂ ਇਹ 20 ਰੁਪਏ ਨੂੰ ਕਿਲੋ ਕਣਕ ਲੈ ਕੇ 50 ਰੁਪਏ ਨੂੰ ਵੇਚ ਰਹੇ ਨੇ, ਜੇ ਜਦੋਂ ਤੁਸੀਂ ਫਾਰਮਿੰਗ ਮਾਰਿਆ ਗਿਆ ਤਾਂ ਇਹ 50 ਨੂੰ ਤਾਂ ਦੇਖੋ ਤੁਸੀਂ ਆਪ ਸੋਚ ਸਕਦੇ ਹੋ ਵੀ ਕਣਕ ਦਾ ਰੇਟ ਜਾਂ ਆਪਣਾ ਫਸਲ ਦਾ ਰੇਟ ਜਾਂ ਰਾਈਸ ਚੌਲਾਂ ਦਾ ਰੇਟ ਕਿੱਥੇ ਜਾਊਗਾ। ਆਪਣੇ ਜੱਸੇ ਭਾਈ ਇੰਨੀ ਠੰਡ ਦੇ ਵਿੱਚ ਤੁਸੀਂ ਇਹਨਾਂ ਲਈ ਪਹਿਲਾਂ ਤਾਂ ਤੁਹਾਡਾ ਬੜਾ ਧੰਨਵਾਦ ਵੀ ਤੁਸੀਂ ਜਿਹੜੇ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਉਹਨਾਂ ਲਈ ਚਾਹ ਸਮੋਸਿਆਂ ਦਾ ਸੇਵਾ ਕਰ ਰਹੇ ਹੋ ਇੰਨੀ ਠੰਡ ਦੇ ਵਿੱਚ, ਜਿੱਥੇ ਆਪਣੇ 6 ਤਰੀਕ ਨੂੰ ਵਿਨੀਪੈਗ ਦੇ ਵਿੱਚ ਏਡੀ ਸਕਸੈਸਫੁਲ ਰੈਲੀ ਹੋਈ ਆ। ਫਿਰ ਤੁਹਾਨੂੰ ਦੁਆਰਾ ਕੀ ਲੋੜ ਮਹਿਸੂਸ ਹੋਈ ਕਿ ਅੱਜ ਇੱਥੇ ਡਾਊਨਟਾਊਨ ਵਿਨੀਪੈਗ ਦੇ ਡਾਊਨਟਾਊਨ ਵਿਧਾਨ ਸਭਾ ਦੇ ਸਾਹਮਣੇ ਦੁਆਰੇ ਚੌਂਕਾਂ ਦੇ ਵਿੱਚ ਖੜ੍ਹ ਕੇ ਇਹ ਪ੍ਰਦਰਸ਼ਨ ਕੀਤਾ ਜਾਵੇ? ਸਭ ਤੋਂ ਪਹਿਲਾਂ ਜੀ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਜੀਤ ਸਮਾਚਾਰ ਦਾ। ਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇਸ ਠੰਡ ਦੇ ਵਿੱਚ ਆਉਣ ਦੀ ਲੋੜ ਇਸ ਕਰਕੇ ਪਈ ਹੈ ਜੀ, ਕਿਉਂਕਿ ਸਾਡੇ ਭੈਣ ਭਰਾ ਸਾਰੇ ਜੋ ਕਿ ਬਜ਼ੁਰਗ ਮਾਤਾਵਾਂ, ਤੁਸੀਂ ਦੇਖੋ ਵੀ ਠੰਡ ਦੇ ਵਿੱਚ ਦਿੱਲੀ ਬੈਠੇ ਨੇ ਜੀ। ਜੋ ਅਸੀਂ ਕਾਲੇ ਕਾਨੂੰਨਾਂ ਦੇ ਵਿਰੁੱਧ ਲੜਾਈ ਲੜ ਰਹੇ ਹਾਂ, ਹਾਲੇ ਤੱਕ ਉਹ ਮੋਦੀ ਨੇ ਰੱਦ ਨਹੀਂ ਕੀਤੇ। ਚਾਹੇ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਅਸੀਂ ਉੱਥੇ ਨਹੀਂ ਪਹੁੰਚ ਸਕਦੇ, ਪਰ ਅਸੀਂ ਕਿਸੇ ਨਾ ਕਿਸੇ ਜ਼ਰੀਏ ਕਿਸੇ ਤਰੀਕੇ ਨਾਲ ਅਸੀਂ ਇਸ ਪ੍ਰੋਟੈਸਟ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਉਹ ਇੰਨੀ ਠੰਡ ਦੇ ਵਿੱਚ ਬੈਠੇ ਆ, ਸਾਡੇ ਲਈ ਇਹ ਠੰਡ ਮਾਇਨਾ ਨਹੀਂ ਰੱਖਦੀ, ਚਾਹੇ -20 ਹੋਵੇ ਚਾਹੇ -25 ਹੋਵੇ। ਜਦੋਂ ਇਰਾਦੇ ਥੋੜੇ ਦ੍ਰਿੜ ਹੋਣ ਨਾ, ਤਾਂ ਕੋਈ ਠੰਡ ਜਾਂ ਕੋਈ ਮੁਸ਼ਕਿਲ ਸਾਡੇ ਅੱਗੇ ਅੜ ਨਹੀਂ ਸਕਦੀ। ਸੋ ਅਸੀਂ ਧੰਨਵਾਦ ਕਰਦੇ ਹਾਂ ਸਟੂਡੈਂਟ ਵੀਰਾਂ ਦਾ, ਬਹੁਤ ਧੰਨਵਾਦ ਕਰਦੇ ਹਾਂ। ਸਾਡੀਆਂ ਮਾਵਾਂ ਭੈਣਾਂ ਮਾਤਾਵਾਂ ਸਾਰੇ ਇੱਥੇ ਪਹੁੰਚੇ ਹੋਏ ਨੇ। ਸਾਡਾ ਵੀ ਫਰਜ਼ ਬਣਦਾ, ਤੁਸੀਂ ਯਕੀਨ ਮੰਨੋਗੇ ਵਾਹਿਗੁਰੂ ਦਾ ਲੰਗਰ ਹੀ ਇੱਕ ਤਰ੍ਹਾਂ ਦਾ। ਅਸੀਂ ਸਵੇਰ ਤੋਂ ਸ਼ੁਰੂ ਕੀਤਾ ਸੀ ਵੀ ਚਲੋ ਸੇਵਾ ਕਰੀਏ, ਕੁਛ ਸਮੋਸਿਆਂ ਵਗੈਰਾ ਦੀ ਜਾਂ ਆਪਣੇ ਲੱਡੂ ਵਗੈਰਾ ਲੈ ਕੇ ਆਏ ਨੇ, ਪਰ ਜਦੋਂ ਅਸੀਂ ਜਿੱਥੇ ਵੀ ਜਾਂਦੇ ਉਸ ਤੋਂ ਪਹਿਲਾਂ ਹੋਰ ਸਮਾਨ ਪਿਆ ਹੁੰਦਾ ਸੀ। ਦੇਖ ਲਓ ਵੀ ਪ੍ਰਮਾਤਮਾ ਦੀ ਇੰਨੀ ਬਰਕਤ ਹੈ। ਅਸੀਂ ਇਸ ਕਾਲੇ ਕਾਨੂੰਨਾਂ ਦੀ ਲੜਾਈ ਲੜ ਰਹੇ ਹਾਂ ਜੀ। ਜਿੱਥੇ ਜਿੱਥੇ ਜਿਸ ਭੈਣ ਭਾਈ ਨੂੰ ਜਿਸ ਜਗ੍ਹਾ ਤੇ ਵੀ ਰਹਿ ਕੇ ਯੋਗਦਾਨ ਪਾਇਆ ਜਾ ਸਕਦਾ, ਅਸੀਂ ਉਸੇ ਤਰ੍ਹਾਂ ਦਾ ਯੋਗਦਾਨ ਪਾਉਣਾ ਸਮਝਦੇ ਹਾਂ। ਸੋ ਜੈਸੇ ਵੀ ਮੈਂ ਤੁਹਾਨੂੰ ਇੱਥੇ ਕਹਾਂਗਾ ਵੀ ਜਿੱਥੇ ਹੁਣ ਪੂਰੀ ਦੁਨੀਆ ਦੇ ਵਿੱਚ ਜਿੱਥੇ ਇੱਥੇ ਪੰਜਾਬੀ ਭਾਰਤੀ ਭਾਈਚਾਰਾ ਰਹਿ ਰਿਹਾ, ਉੱਥੇ ਵਿਰੋਧ ਪ੍ਰਦਰਸ਼ਨ ਹੋ ਰਹੇ ਆ ਜੀ। ਤੁਸੀਂ ਕੀ ਸੋਚਦੇ ਹੋ ਕਿ ਹੋਰ ਕੀ ਇੱਥੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੇ ਭਾਰਤੀ ਭਾਈਚਾਰੇ ਦੇ ਲੋਕ ਹੋਰ ਕਿਸ ਤਰ੍ਹਾਂ ਉਸ ਕਿਸਾਨੀ ਸੰਘਰਸ਼ ਦਾ ਸਾਥ ਦੇ ਸਕਦੇ ਨੇ ਕਿ ਮੋਦੀ ਸਾਹਿਬ ਦੇ ਕੰਨਾਂ ਤੱਕ ਆਵਾਜ਼ ਪਹੁੰਚੇ? ਦੇਖੋ ਜੀ, ਜਿਹੜੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਜਿਵੇਂ ਪਹਿਲਾਂ ਕਿ ਸਾਡੀ ਰੈਲੀ ਹੋਈ ਸੀ ਜਿਹੜੀ ਕਿ ਅਸੀਂ ਬਾਏ ਰੋਡ ਕਾਰਾਂ ਦੇ ਵਿੱਚ ਜਾ ਕੇ ਕੀਤੀ ਸੀ, ਤੇ ਉਸ ਤੋਂ ਬਾਅਦ ਹੁਣ ਅਸੀਂ ਰੈਲੀ ਕਰ ਰਹੇ ਹਾਂ ਜੋ ਕਿ ਪ੍ਰੋਟੈਸਟ ਹੈ, ਸਾਡਾ ਸਟੈਂਡਿੰਗ ਪ੍ਰੋਟੈਸਟ ਹੈ। ਇਸੇ ਤਰ੍ਹਾਂ ਪੰਜਾਬ ਔਰ ਭਾਰਤ ਔਰ ਵਿਦੇਸ਼ਾਂ ਦੇ ਵਿੱਚ ਹਰੇਕ ਕੋਨੇ-ਕੋਨੇ 'ਚ, ਚਾਹੇ ਕੋਈ ਵੀ ਕੰਟਰੀ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜੋ ਵੀ ਜਿੱਥੇ ਪੰਜਾਬੀ ਵੱਸਦੇ ਨੇ, ਜਿਸ ਤਰੀਕੇ ਨਾਲ ਵੀ ਯੋਗਦਾਨ ਪਾ ਸਕਦੇ ਨੇ ਉਹ ਪਾਉਂਦੇ ਨੇ। ਉਹ ਸਾਰੀਆਂ ਇਹ ਖਬਰਾਂ ਜਦੋਂ ਉੱਥੇ ਤੱਕ ਪਹੁੰਚਦੀਆਂ ਨੇ, ਤੁਸੀਂ ਯਕੀਨ ਮੰਨੋਗੇ ਉਹਨਾਂ ਦਾ ਜੋਸ਼ ਵੱਧ ਰਿਹਾ ਹੈ। ਠੀਕ ਹੈ, ਉਹ ਹੋਸ਼ ਤੋਂ ਬਹੁਤ ਕਮ ਰਹਿ ਰਹੇ ਨੇ। ਸਾਡੇ ਬਜ਼ੁਰਗ ਜੋ ਕਿ ਹੋਸ਼ ਤੋਂ ਕਮ ਰਹਿ ਰਹੇ ਨੇ, ਸਾਡੇ ਜਵਾਨ ਜਿੱਥੇ ਉਹਨਾਂ ਨੂੰ ਜੋਸ਼ ਦੀ ਲੋੜ ਹੈ ਉੱਥੇ ਜੋਸ਼ ਦੇ ਵਿੱਚ ਆ ਕੇ ਆਪਣੇ ਕੰਮ ਕਰ ਰਹੇ ਨੇ। ਪਰ ਉਹਨਾਂ ਨੂੰ ਕਿੰਨੀ ਜ਼ਿਆਦਾ ਮਤਲਬ ਹਿੰਮਤ ਮਿਲ ਰਹੀ ਹੈ ਵੀ ਸਾਡੇ ਭੈਣ ਭਰਾ ਜਿੱਥੇ ਹੀ ਬੈਠੇ ਨੇ ਸਾਡੇ ਨਾਲ ਨੇ। ਈਵਨ ਕਿ ਮੈਂ ਪਿਛਲੀ ਵਾਰ ਵੀ ਬੋਲਿਆ ਸੀ, ਸਾਡੇ ਜਿਹੜੇ ਬਾਹਰਲੇ ਵਿਦੇਸ਼ਾਂ ਵਾਲੇ ਭੈਣ ਭਰਾ ਨੇ ਉਹ ਕਹਿੰਦੇ ਵੀ ਜੇ ਸਾਨੂੰ ਫਲਾਈਟਸ ਲੈ ਕੇ ਉੱਥੇ ਜਾਣਾ ਪਵੇ ਤਾਂ ਅਸੀਂ ਜਾਵਾਂਗੇ। ਬਹੁਤ ਸਾਡੇ ਭੈਣ ਭਰਾ ਪਹੁੰਚ ਵੀ ਚੁੱਕੇ ਨੇ। ਸਾਨੂੰ ਬੜਾ ਮਾਣ ਹੈ ਸਾਡੀ ਇਸ ਸਿੱਖ ਕੌਮ ਤੇ, ਜਿੰਨੇ ਭਾਈਚਾਰੇ ਹੋਰ ਵੀ ਨੇ, ਕਿਉਂਕਿ ਕਿਸਾਨ ਕੋਈ ਵੀ ਹੋ ਸਕਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਵਰਗ ਦਾ ਹੋ ਸਕਦਾ। ਬਿਲਕੁਲ, ਅਸੀਂ ਸਾਰੇ ਵਰਗਾਂ ਧਰਮਾਂ ਦੇ, ਇਹਨਾਂ ਲੋਕਾਂ ਨੇ ਸਾਨੂੰ ਵੰਡਿਆ ਹੈ। ਅਸੀਂ ਇੱਕ ਹਾਂ, ਠੀਕ ਹੈ। ਕਿਸਾਨ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋ ਸਕਦਾ ਹੈ, ਪਰ ਸਾਡਾ ਜਿਹੜਾ ਮੁੱਦਾ ਇੱਕ ਹੈ। ਪਰ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਾਂ। ਜਿੱਥੋਂ ਤੱਕ ਵੀ ਸਾਡੀ ਵਾਹ ਲੱਗੂਗੀ, ਜਿੱਥੋਂ ਤੱਕ ਵੀ ਸਾਡਾ ਯੋਗਦਾਨ ਪਾਇਆ ਜਾ ਸਕਦਾ ਹੈ, ਜਿਵੇਂ ਕਿ ਤੁਸੀਂ ਸਾਰੇ ਮੀਡੀਆ, ਸਾਡੇ ਪੰਜਾਬੀ ਭਾਈਚਾਰੇ, ਤੁਸੀਂ ਕਿੰਨਾ ਸਾਥ ਦੇ ਰਹੇ ਹੋ। ਤੁਸੀਂ ਵੀ ਇਸ ਠੰਡ ਦੇ ਵਿੱਚ ਸਾਡੇ ਨਾਲ ਖੜੇ ਹੋ। ਬਿਲਕੁਲ ਸਾਡਾ ਫਰਜ਼ ਹੈ ਜੀ। ਕਿੰਨਾ ਤੁਹਾਨੂੰ ਪ੍ਰਾਊਡ ਮਹਿਸੂਸ ਹੋ ਰਿਹਾ ਹੈ। ਮੈਂ ਪਿਛਲੀ ਵਾਰੀ ਵੀ ਕਾਫੀ ਵਾਰ ਗੱਲ ਕਰਦਾ ਹੁੰਦਾ, ਮੈਂ ਕਿਹਾ ਵੀ ਸਰਬਪਾਲ ਬਾਈ ਹੋਣੀ ਸਾਡੇ ਪਰਮ ਪਿਆਰੇ ਮਿੱਤਰ ਨੇ ਜੋ ਕਿ ਆਲਵੇਜ਼ ਸਾਡੇ ਨਾਲ ਸਾਡੀ ਸਹਾਇਤਾ ਕਰਦੇ ਨੇ। ਜੇ ਤੁਸੀਂ ਸਾਡੀ ਇਸ ਆਵਾਜ਼ ਨੂੰ ਰਿਕਾਰਡ ਕਰਕੇ ਲੈ ਕੇ ਜਾਂਦੇ ਹੋ ਤਾਂ ਉੱਥੇ ਤੱਕ ਪਹੁੰਚਦੀ ਹੈ। ਅਗਰ ਸਾਡਾ ਮੀਡੀਆ ਸਾਨੂੰ ਸਾਥ ਨਾ ਦੇਵੇ ਤਾਂ ਸਾਡੀ ਆਵਾਜ਼ ਉੱਥੇ ਤੱਕ ਨਹੀਂ
ਪਹੁੰਚ ਸਕਦੀ। ਬਾਕੀ ਜਿੰਨੇ ਭੈਣ ਭਰਾ ਪਹੁੰਚੇ ਨੇ, ਦੇਖੋ ਬੱਚੇ ਵੀ ਦੇਖ ਰਹੇ, ਕਿੰਨੀ ਖੁਸ਼ੀ ਹੋ ਰਹੀ ਹੈ, ਛੋਟੇ ਛੋਟੇ ਬੱਚੇ ਹੈ ਨਾ। ਤੇ ਸੋ ਇਹਨਾਂ ਨਾਲ ਸਾਡਾ ਹੌਸਲਾ ਵੀ ਵੱਧਦਾ, ਮਾਣ ਵੀ ਵੱਧਦਾ, ਤੇ ਸਾਨੂੰ ਇਹ ਲੱਗਦਾ ਹੈ ਵੀ ਜਿਹੜਾ ਅਗਲੀ ਵਾਰੀ ਕੋਈ ਮੀਟਿੰਗ ਹੋਊਗੀ ਉਹਦੇ ਵਿੱਚ ਜੋ ਸਾਡੀਆਂ ਮੰਗਾਂ, ਹੁਣ ਡੈਡਲੌਕ ਜਿਹਾ ਪੈਦਾ ਹੋ ਗਿਆ ਹੈ ਵੀ ਮੀਟਿੰਗ ਦੁਆਰਾ ਮੋਦੀ ਸਰਕਾਰ ਇੱਕ ਚਿੱਠੀ ਭੇਜ ਰਹੀ ਹੈ, ਪਰ ਉਹਦੇ ਵਿੱਚ ਇਹ ਕੁਛ ਨਹੀਂ ਕਿ ਉਹਦੇ ਤੇ ਦੁਆਰਾ ਬਿੱਲਾਂ ਤੇ ਗੱਲ ਕਰਦੇ ਆ, ਸੋਧਾਂ ਤੇ ਗੱਲ ਕਰਦੇ ਆ। ਤੁਹਾਨੂੰ ਕੀ ਲੱਗਦਾ ਵੀ ਇਹ ਹੁਣ ਮਸਲਾ ਕਿੱਥੇ ਜਾ ਕੇ ਨਿਬੜੇਗਾ? ਅਸਲ 'ਚ ਜੀ ਗੱਲ ਪਤਾ ਕੀ ਹੈ, ਮੋਦੀ ਸਰਕਾਰ ਨੂੰ ਇਹ, ਕਿਉਂਕਿ ਜਿਹੜੇ ਸਾਡੇ ਕਿਸਾਨ ਨੇ ਪਹਿਲਾਂ ਜਿਹੜੇ ਅੰਦੋਲਨ ਹੋਏ ਨੇ ਉਹਨਾਂ ਨੂੰ ਅਕਸਰ ਦਬਾ ਦਿੱਤਾ ਜਾਂਦਾ ਹੈ। ਜਦੋਂ ਸੰਘਰਸ਼ ਲੰਬੇ ਚੱਲੇ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਕੌਮ ਨੇ, ਜੋ ਕਿਸਾਨ ਨੇ, ਇਹਨਾਂ ਦੀਆਂ ਪਿੱਛੋਂ ਜਿਹੜੀਆਂ ਫਸਲਾਂ ਨੇ ਉਹ ਖਰਾਬ ਹੋ ਰਹੀਆਂ ਨੇ, ਇਹਨਾਂ ਨੂੰ ਸਮੇਂ-ਸਮੇਂ ਤੇ ਜ਼ਰੂਰਤ ਹੈ, ਪਿੱਛੋਂ ਆਵਾਜ਼ ਪੈਂਦੀ, ਇਹਨਾਂ ਨੇ ਹੌਲੀ-ਹੌਲੀ ਖਿਸਕਣ ਲੱਗ ਜਾਣਗੇ। ਪਰ ਜੋ ਦੇਖਣ ਨੂੰ ਇਸ ਵਾਰੀ ਸੰਘਰਸ਼ ਬਣਿਆ, ਇਹ ਸਭ ਤੋਂ ਵੱਡਾ ਸੰਘਰਸ਼ ਹੈ ਦੁਨੀਆ ਦਾ। ਤੁਸੀਂ ਯਕੀਨ ਮੰਨੋਗੇ ਵੀ ਜੇ ਮੰਨ ਲਓ 50,000 ਬੰਦਾ ਪਿੱਛੇ ਜਾ ਰਿਹਾ ਹੈ ਤਾਂ 1.25 ਲੱਖ ਬੰਦਾ ਹੋਰ ਆ ਰਿਹਾ ਹੈ। ਮੈਂ ਨਾ ਜਦੋਂ ਸਰਪਲ ਬਈ ਇੰਡੀਆ ਗੱਲ ਕਰਦੇ ਆ, ਤੁਸੀਂ ਯਕੀਨ ਮੰਨੋਗੇ ਉਹਨਾਂ ਨੂੰ ਪੁੱਛਿਆ ਵੀ ਕਿਹੜੇ ਬੰਦੇ ਆਪਣੇ ਉੱਥੇ ਗਏ ਨੇ, ਕਹਿੰਦੇ ਯਾਰ ਜਿਹੜੇ ਗਏ ਨੇ ਉਹ ਆਉਣ ਨਹੀਂ ਚਾਹੁੰਦੇ। ਉਹ ਕਹਿੰਦੇ ਨੇ ਸਾਡਾ ਇੰਨਾ ਕੁ ਪਿਆਰ ਹੋ ਗਿਆ। ਅੱਜ ਹੀ ਮੈਂ ਇੰਟਰਵਿਊ ਦੇਖਦਾ ਸੀ ਕਿਸਾਨਾਂ ਦੀ, ਉਹ ਕਹਿੰਦੇ ਵੀ ਕਈ ਵਾਰ ਅਸੀਂ ਇਕੱਠੇ ਨਹਾਉਣੇ ਹੁੰਦੇ ਆ ਤਾਂ ਸਾਨੂੰ ਮਹਾਰਾਸ਼ਟਰ ਵਾਲਾ ਜਾਂ ਗੁਜਰਾਤ ਵਾਲਾ ਜਾਂ ਸਾਨੂੰ ਕਹਿੰਦਾ ਵੀ ਹਰਿਆਣਾ ਵਾਲਾ ਭਾਈਚਾਰਾ ਪੁੱਛਦਾ, ਬਾਈ ਜੀ आपको साबुन चाहिए, अगर हाँ जी, कहना अगर जरूरत है तो टावल हमारा यूज़ कर लो। कहना यार सारे भेदभाव खत्म हो गए, सानू ਤਾਂ ਨਾ ਪਾਣੀਆਂ ਦਾ ਮਸਲਾ, ਸਿਆਸਤ ਦੇ ਕਰਕੇ ਹੀ ਇਹ ਸਾਰੇ ਭੇਦਭਾਵ ਪੈਦਾ ਹੋਏ ਸੀ। ਆਮ ਲੋਕਾਂ ਦੇ ਵਿੱਚ ਬਿਲਕੁਲ ਵੀ ਨਹੀਂ ਸੀ। ਹਾਂਜੀ, ਬਿਲਕੁਲ ਕੋਈ ਭੇਦਭਾਵ ਨਹੀਂ ਸੀ। ਇਹ ਸਾਡੀਆਂ ਸਰਕਾਰਾਂ ਦੀਆਂ ਚੱਲੀਆਂ ਹੋਈਆਂ ਚਾਲਾਂ ਨੇ। ਸਾਨੂੰ ਕਦੇ ਤਾਂ ਪਾਣੀਆਂ ਦੇ ਮਸਲੇ 'ਚ ਰੋੜਤਾ, ਕਦੇ ਧਰਮ ਦੇ ਮਸਲੇ 'ਚ ਰੋੜਤਾ, ਕਦੇ ਸਾਨੂੰ ਸਾਡੀ ਮਾਂ ਬੋਲੀ ਦੇ ਮਸਲੇ 'ਚ ਉਹਨਾਂ ਨੇ ਮਤਲਬ ਸਾਰਿਆਂ ਨੂੰ ਉਹ ਉਧੇੜ ਕੇ ਰੱਖਤਾ। ਸੋ ਅੱਜ ਜੋ ਹੋ ਰਿਹਾ ਮਸਲਾ, ਸਾਰੇ ਰਲ ਕੇ ਚੱਲ ਰਹੇ ਨੇ। ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜੋ ਵੀ ਸਾਤੋਂ ਸਾਥ ਦਿੱਤਾ ਜਾਊਗਾ। ਅਸੀਂ ਵਿਦੇਸ਼ਾਂ 'ਚ ਬੈਠੇ ਹਾਂ, ਅਸੀਂ ਉਹਨਾਂ ਸਾਥ ਨਿਭਾਵਾਂਗੇ। ਫਿਰ ਵੀ ਮੈਂ ਸਾਰੇ ਭੈਣਾਂ ਭਰਾਵਾਂ ਦਾ ਧੰਨਵਾਦ ਕਰਦਾ ਤੇ ਸਪੈਸ਼ਲੀ ਮੀਡੀਆ ਦਾ ਧੰਨਵਾਦ ਕਰਦੇ ਹਾਂ ਜੋ ਡਟ ਕੇ ਸਾਡੇ ਨਾਲ ਖੜੇ ਨੇ, ਸਾਡੀ ਆਵਾਜ਼ ਤੁਸੀਂ ਪਹੁੰਚਾ ਰਹੇ ਹੋ। ਸੋ ਨੋ ਫਾਰਮਰ ਨੋ ਫੂਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਈ ਜੀ, ਅੱਜ ਜਿਹੜਾ ਪ੍ਰਦਰਸ਼ਨ ਇੱਥੇ ਕਰ ਰਹੇ ਆ, ਸ਼ਾਂਤਮਈ ਖੜੇ ਆ ਤੁਸੀਂ ਸਾਰੇ ਜਾਣੇ, ਕੀ ਕਹਿਣਾ ਚਾਹੋਗੇ ਜੀ? ਇਹ ਬਾਈ ਜੀ, ਮੈਂ ਤੁਹਾਨੂੰ ਇਹ ਦੱਸਦਾ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨੂੰ ਕਵਰ ਕਰ ਰਹੇ ਹੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇੱਥੇ ਵਿਨੀਪੈਗ ਦੇ ਵਿੱਚ ਹੀ ਜੇ ਦੇਖਿਆ ਜਾਵੇ, ਇਹ ਤੀਜੀ ਜਾਂ ਚੌਥੀ ਵਾਰ ਵੱਡਾ ਪ੍ਰੋਟੈਸਟ ਹੋ ਰਿਹਾ, ਜਿਹੜਾ ਸਭ ਤੋਂ ਪਹਿਲਾਂ ਗੁਰਦੁਆਰਾ ਕਲਗੀਧਰ ਦੇ ਵਿੱਚ ਹੋਇਆ ਸੀ ਸ਼ਾਇਦ ਸਤੰਬਰ ਮਹੀਨੇ ਦੇ ਵਿੱਚ। ਫਿਰ ਉਸ ਤੋਂ ਬਾਅਦ ਕਾਰ ਰੈਲੀ, ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਸਟੈਂਡਿੰਗ ਪ੍ਰੋਟੈਸਟ, ਤੇ ਅੱਜ ਉਸੇ ਤਰ੍ਹਾਂ ਹੀ ਇਹ ਲੜੀ। ਇਹ ਸਾਰਾ ਕੁਝ ਕਰਨ ਦਾ ਜੋ ਪਿੱਛੇ ਮਕਸਦ ਹੈ ਉਹ ਇਹ ਆ, ਇੰਡੀਆ ਜਿਹੜਾ ਕਿ ਆਪਦੇ ਆਪ ਨੂੰ ਇਹ ਕਲੇਮ ਕਰਦਾ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਔਰ ਜਿਹੜੀ ਡੈਮੋਕ੍ਰੇਸੀ, ਜਿਹੜੀ ਲੋਕਤੰਤਰ ਦੀ ਆਪਾਂ ਪਰਿਭਾਸ਼ਾ ਦਿੰਦੇ ਆ, ਉਹ ਸਿੱਧੇ ਸ਼ਬਦਾਂ 'ਚ ਹੁੰਦੇ ਆ ਕਿ ਜਿਹਦੇ ਵਿੱਚ ਲੋਕ ਸਰਕਾਰ ਚੁਣਦੇ ਆ, ਔਰ ਜਿਹੜੀ ਉਹ ਸਰਕਾਰ ਆ ਉਹ ਲੋਕਾਂ ਲਈ ਤੇ ਲੋਕਾਂ ਲਈ ਕੰਮ ਕਰਦੀ ਆ। ਉਸ ਦੇ ਵਿੱਚ ਇਹ ਹੁੰਦਾ ਕਿ ਸਰਕਾਰ ਨੂੰ ਇਹ ਹੁੰਦਾ ਕਿ ਜਿਹੜੇ ਕੰਮ ਲੋਕਾਂ ਨੂੰ ਪਸੰਦ ਨੇ, ਜਾਂ ਜਿਹੜੇ ਕੰਮ ਲੋਕ ਉਹਦੀ ਪ੍ਰੋੜਤਾ ਕਰਦੇ ਨੇ ਕਿ ਠੀਕ ਆ, ਉਹ ਉਹਨਾਂ ਨੂੰ ਉਹ ਲਾਗੂ ਕਰਦੀ ਹੈ। ਜੇ ਕੋਈ ਉਹਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਸਰਕਾਰ ਲੈ ਕੇ ਆਉਂਦੀ ਆ ਜਿਹੜਾ ਉਹਨਾਂ ਨੂੰ ਲੱਗਦਾ ਕਿ ਲੋਕਾਂ ਨੂੰ ਪਸੰਦ ਨਹੀਂ, ਤਾਂ ਉੱਥੇ ਸਰਕਾਰ ਦਾ ਫਰਜ਼ ਬਣਦਾ ਕਿ ਲੋਕ ਆਵਾਜ਼ ਨੂੰ ਸੁਣੇ ਤੇ ਔਰ ਉਹ ਜਿਹੜਾ ਕਾਨੂੰਨ ਆ ਉਹ ਵਾਪਸ ਲਵੇ। ਪਰ ਜਿਹੜਾ ਹੁਣ ਉੱਥੇ ਦਾ ਮਾਹੌਲ ਬਣਿਆ, ਜਿਵੇਂ ਤੁਸੀਂ ਪਹਿਲਾਂ ਗੱਲ ਕਰਦੀ ਕਿ ਡੈਡਲੌਕ ਹੈ ਨਾ, ਉਹਦੇ ਵਿੱਚ ਇਹ ਆ ਗਿਆ ਕਿ ਸਰਕਾਰ ਸ਼ਾਇਦ ਲੋਕਤੰਤਰ ਦੀ ਪਰਿਭਾਸ਼ਾ ਹੀ ਭੁੱਲ ਚੁੱਕੀ ਆ। ਤੇ ਉਹਦੇ ਵਿੱਚ ਉਹਨੂੰ ਇਹ ਲੱਗਦਾ ਕਿ ਕਿਉਂਕਿ ਜਿਹੜੀ ਮੋਦੀ ਨੇ ਆਪਣੀ ਉੱਥੇ ਇੱਕ ਇਮੇਜ ਬਣਾਈ ਆ, ਉਹ ਇਹ ਇਮੇਜ ਬਣਾਈ ਆ ਕਿ ਬਸ ਵੀ ਮੋਦੀ ਸਾਹਿਬ ਤਾਂ ਵੀ ਇਹੋ ਜਿਹੇ ਨੇ, ਜਦੋਂ ਕੋਈ ਉਹ ਆਪਣਾ ਡਿਸੀਜਨ ਲੈ ਲੈਂਦੇ ਆ ਉਹ ਕਦੇ ਵਾਪਸ ਨਹੀਂ ਮੁੜਦੇ ਉਹ ਡਿਸੀਜਨ ਤੋਂ। ਇਹੀ ਤਾਂ ਨਹੀਂ ਵੱਡਾ ਕਾਰਨ ਜਿਹੜਾ ਹੱਲੇ ਤੱਕ ਬਿੱਲਾਂ ਦੇ ਕੋਈ ਬਿਲਕੁਲ ਜੀ, ਬਿਲਕੁਲ ਉੱਥੇ ਇਹੀ ਆ ਰਿਹਾ। ਹੁਣ ਜਿਹੜੀਆਂ ਪਹਿਲੀਆਂ 5 ਮੀਟਿੰਗਾਂ ਹੋਈਆਂ, ਜਿਹੜੇ ਉਹ ਬਿੱਲ ਨੇ, ਉਸ ਬਿੱਲ ਦੇ ਵਿੱਚ ਟੋਟਲ 3 ਬਿੱਲਾਂ ਦੇ ਵਿੱਚ 15 ਮਦਾਂ ਨੇ। 15 ਦੇ ਵਿੱਚੋਂ 12 ਦੇ ਉੱਪਰ ਜਿਹੜੀ ਉਹ ਸਰਕਾਰ ਆ, ਆਪਣਾ ਜਿਹੜਾ ਖੇਤੀਬਾੜੀ ਮੰਤਰੀ ਆ ਆਪਣਾ ਤੋਮਰ, ਤੇ ਉਹਨਾਂ ਨੇ ਮੰਨ ਚੁੱਕਿਆ ਕਿ 12 ਮਦਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਸੁਧਾਰ ਹੋਣਾ ਚਾਹੀਦਾ। 15 ਦੇ ਵਿੱਚੋਂ 12 ਮਦਾਂ ਦੇ ਵਿੱਚੋਂ ਮੰਨ ਰਿਹਾ ਕਿ ਸੁਧਾਰ ਹੋਣਾ ਚਾਹੀਦਾ। ਤਾਂ ਉਹ ਜਿਹੜਾ ਕਿਸਾਨ ਆ ਉਹ ਕਹਿੰਦੇ ਵੀ ਜਦੋਂ ਕੋਈ ਇਹੋ ਜਿਹਾ ਅੰਦੋਲਨ, ਕੋਈ ਇਹੋ ਜਿਹਾ ਬਿੱਲ ਜਿਹਦੇ ਵਿੱਚੋਂ 15 ਦੇ ਵਿੱਚੋਂ 12 ਮਦਾਂ ਹੀ ਗਲਤ ਨੇ ਤੇ ਸਰਕਾਰ ਮੰਨ ਰਹੀ ਹੈ ਕਿ ਇਹ ਤਾਂ ਮਦਾਂ ਗਲਤ ਨੇ ਤੇ ਇਹਨਾਂ 'ਚ ਸੋਧ ਹੋਣੀ ਚਾਹੀਦੀ ਹੈ, ਤਾਂ ਉਹ ਕਹਿੰਦੇ ਇਹਦਾ ਮਤਲਬ ਕਿ ਜਿਹੜਾ ਇਹ ਕਾਨੂੰਨ ਹੈ ਇਹ ਕਾਨੂੰਨ ਹੀ ਗਲਤ ਆ। ਤਾਂ ਉਹ ਕਹਿੰਦੇ ਅਸੀਂ ਕਿਉਂ ਨਾ ਇਹ ਹੋਵੇ ਕਿ ਇਹ ਕਾਨੂੰਨ ਨੂੰ ਵਾਪਸ ਲੈ ਲਿਆ ਜਾਵੇ ਤੇ ਇਸ ਦੀ ਥਾਂ ਤੇ ਇੱਕ ਦੁਬਾਰਾ ਨਵਾਂ ਕਾਨੂੰਨ ਆਵੇ, ਜਿਹੜੀ ਕਿ ਗੱਲ ਬਣਦੀ ਆ। ਪਰ ਸਰਕਾਰ ਹੁਣ ਉੱਥੇ
ਆਪਦੀ ਗਲਤੀ ਮੰਨਣ ਵੀ ਇੱਕ ਈਗੋ ਦੇ ਵਿੱਚ ਆ ਗਈ। ਅੰਦਰ ਬੈਠ ਕੇ ਉਹਨਾਂ ਨੇ ਮੰਨਿਆ ਕਿ ਹਾਂ ਇਹਨਾਂ 12 ਦੇ 15 ਦੇ ਵਿੱਚੋਂ 12 ਮਤਾਂ ਗਲਤ ਨੇ, ਪਰ ਹੁਣ ਉਹ ਈਗੋ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਇਹ ਕਾਨੂੰਨ ਵਾਪਸ ਲੈਨੇ ਆ ਤਾਂ ਸ਼ਾਇਦ ਸਾਡੀ ਕਿਤੇ ਨਾ ਕਿਤੇ ਹੇਠੀ ਆ, ਸਾਡੀ ਕਿਤੇ ਨਾ ਕਿਤੇ ਬੇਇੱਜ਼ਤੀ ਆ। ਔਰ ਇਹ ਚੀਜ਼ ਜਿਹੜੀ ਲੋਕਤੰਤਰ ਦੇ ਵਿੱਚ ਨਹੀਂ ਚੱਲਦੀ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ। ਜੇ ਲੋਕਾਂ ਦਾ ਅੱਜ ਹੁਣ ਉੱਥੇ ਸਰਕਾਰ ਦੂਜਾ ਪਾਸਾ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਅਸੀਂ ਇਹ ਜਿਹੜੇ ਕਾਨੂੰਨ ਆ ਵਾਪਸ ਨਹੀਂ ਲੈਣੇ। ਹੁਣ ਉਹਦਾ ਇੱਕ ਦੂਸਰਾ ਤਰੀਕਾ ਕਿ ਜਿਹੜੇ ਅੰਦੋਲਨਕਾਰੀ ਨੇ ਉਸ ਅੰਦੋਲਨ ਨੂੰ ਭੰਡਣ ਦੇ ਲਈ ਉਹਨਾਂ ਨੇ ਕੰਮ ਸ਼ੁਰੂ ਕਰਤਾ। ਜਿਹੜਾ ਇਹਨਾਂ ਦਾ ਮੀਡੀਆ ਆਪਾਂ ਜਾਣਦੇ ਹਾਂ ਕਿ ਜਿਹੜੇ 40 ਵੱਡੇ ਨੈਸ਼ਨਲ ਚੈਨਲ ਆ, ਉਹਨਾਂ 40 ਨੈਸ਼ਨਲ ਚੈਨਲਾਂ ਦੇ ਬ੍ਰੌਡਕਾਸਟਿੰਗ ਰਾਈਟ ਨੇ ਜਿਹੜੇ ਉਹ ਅੰਬਾਨੀ ਜਾਂ ਅਡਾਨੀ ਗਰੁੱਪ ਦੇ ਕੋਲੇ ਆ। ਉਹ ਉਹੀ ਭਾਸ਼ਾ ਬੋਲਦੇ ਆ ਜਿਹੜੀ ਉਹਨਾਂ ਦੇ ਮੂੰਹ 'ਚ ਪਾਈ ਜਾਂਦੀ ਹੈ, ਸੱਚਾਈ ਤੋਂ ਕਿਤੇ ਪਰਾਂ ਨੇ। ਤੇ ਇਹਦੇ ਲਈ ਹੀ ਇੱਕ ਬਹੁਤ ਵੱਡੀ ਇਸ ਮੀਡੀਆ ਦੇ ਮੂੰਹ ਤੇ ਚਪੇੜ ਆ ਕਿ ਸਾਡਾ ਆਪਣਾ ਜਿਹੜਾ ਉੱਥੇ ਕਿਸਾਨ ਏਕਤਾ ਮੋਰਚਾ ਜਿਹੜੇ ਕਿ ਵੈਬ ਪੇਜ ਬਣੇ ਨੇ, ਸੋਸ਼ਲ ਮੀਡੀਆ ਪੇਜ ਜਾਂ ਉਹ ਤੇ ਅਪਡੇਟ। ਇਹ ਹੁਣ ਇਹਦੇ ਵਿੱਚ ਜਿਹੜੀ ਹੁਣ ਆਪਣੀ ਗੱਲਬਾਤ ਬਣਦੀ ਆ। ਹੁਣ ਆ ਪਰਸੋਂ ਲੋਕ ਉੱਥੇ ਬੈਠੇ ਆ, ਲੋਕ ਸਰਕਾਰ ਨੂੰ ਲੱਭ ਰਹੇ ਸੀ। ਪਹਿਲਾਂ 2 ਮਹੀਨੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋਇਆ, ਫਿਰ ਉਹ ਲੱਭਦੇ ਸਰਕਾਰ ਨੂੰ ਦਿੱਲੀ ਆ ਗਏ। ਹੁਣ ਦਿੱਲੀ ਸਰਕਾਰ ਉਹਨਾਂ ਨੂੰ ਛੱਡ ਕੇ ਦੂਰ ਕੋਈ ਮੱਧ ਪ੍ਰਦੇਸ਼ ਦੇ ਵਿੱਚ, ਕੋਈ ਯੂਪੀ ਦੇ ਵਿੱਚ, ਕੋਈ ਉੱਤਰਾਖੰਡ ਦੇ ਵਿੱਚ ਜਾ ਕੇ ਉਹ ਆਪਣੇ ਲੋਕਾਂ ਨੂੰ ਸਮਝਾ ਰਹੀ ਆ। ਉਹਨਾਂ ਲੋਕਾਂ ਨੂੰ ਕਿਸਾਨ ਦਾ ਆਪਣੇ ਸਰਕਾਰ ਦਾ ਸਾਰਾ ਜ਼ੋਰ ਹੁਣ ਇਸੇ ਪਾਸੇ ਲੱਗਾ ਕਿਸੇ ਤਰ੍ਹਾਂ ਇਹਨੂੰ ਕਾਊਂਟਰ ਕਰਨ ਦਾ। ਹਾਂਜੀ, ਇਹਨੂੰ ਕਾਊਂਟਰ ਕਰਨ ਦਾ, ਉਹਨਾਂ ਨੂੰ ਇਹ ਦਿਖਾਉਣ ਦਾ। ਉਹ ਆਪਣੇ ਨਕਲੀ ਕਿਸਾਨ ਲੈ ਕੇ ਆ ਰਹੀ ਹੈ ਜਿਨ੍ਹਾਂ ਦੇ ਵਿੱਚ ਦਿਹਾੜੀਦਾਰ ਕਿਸਾਨ ਨੇ ਤੇ ਔਰ ਉਹ ਦਿਖਾ ਰਹੇ ਆ ਕਿ ਜਿਹੜੇ ਦੇਖੋ ਜੀ ਆਹ ਕਿਸਾਨ ਆ, ਇਹ ਸਾਡੇ ਨਾਲ ਨੇ। ਪਰ ਉਹ ਕਿਸਾਨ ਕੌਣ ਨੇ? ਠੀਕ ਹੈ ਜੀ, ਉਹ ਕਿਸਾਨ ਕਦੇ ਉੱਥੇ ਆ ਕੇ ਵੀ ਹਾਂਜੀ। ਤੇ ਹੁਣ ਕੱਲ੍ਹ ਦੀ ਮੈਂ ਇੱਕ ਐਗਜ਼ਾਮਪਲ ਦੇਵਾਂਗਾ। ਕੱਲ੍ਹ ਜਿਹੜੀ ਉੱਥੇ ਗੱਲਬਾਤ ਹੋਈ ਹੈ ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਹ ਗੱਲ ਕਿਹਾ ਕਿ ਜਿਹੜਾ ਉੱਥੇ ਅੰਦੋਲਨ ਚੱਲ ਰਿਹਾ, ਇਹ ਅੰਦੋਲਨ ਹੀ ਇੱਕ ਈਵੈਂਟ ਆ। ਔਰ ਇਸ ਈਵੈਂਟ ਦੇ ਵਿੱਚ ਲੋਕ ਆਉਂਦੇ ਆ, ਖਾਂਦੇ ਆ, ਪੀਂਦੇ ਆ, ਸੈਲਫੀ ਕਰਾਉਂਦੇ ਆ, ਵਾਪਸ ਚਲੇ ਜਾਂਦੇ ਆ, ਫਿਰ ਹੋਰ ਆਉਂਦੇ ਆ। ਉਸਨੇ ਇਸ ਅੰਦੋਲਨ ਨੂੰ ਈਵੈਂਟ ਦਾ ਨਾਂ ਦਿੱਤਾ, ਪਰ ਇਹ ਈਵੈਂਟ ਨਹੀਂ। ਈਵੈਂਟ ਉਹ ਆ ਜੋ ਮੋਦੀ ਸਾਹਿਬ ਨੇ ਕੀਤਾ, ਜਿਹਦੇ ਵਿੱਚ ਕਿਰਾਏ ਦੇ ਕਿਸਾਨ ਤੇ ਜਿਹਨੂੰ ਬਿਊਰੋਕ੍ਰੇਸੀ ਪਹਿਲਾਂ ਪਿਕ ਕਰਦੀ ਆ ਉਹਨਾਂ ਕਿਸਾਨਾਂ ਨੂੰ, ਉਹਨਾਂ ਕਿਸਾਨਾਂ ਦੇ ਮੂੰਹ ਦੇ ਵਿੱਚ ਉਹ ਸ਼ਬਦ ਪਾਉਂਦੀ ਆ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਦੱਸੇ ਜਾਂਦੇ ਆ ਕਿ ਤੁਹਾਨੂੰ ਸਵਾਲ ਕਿਹੜੇ ਕੀਤੇ ਜਾਣਗੇ। ਸਵਾਲਾਂ ਦੇ ਜਵਾਬ ਵੀ ਸਰਕਾਰ ਨੂੰ ਪਹਿਲਾਂ ਪਤਾ ਕਿ ਆਹ ਕਿਸਾਨ ਆ ਜਿਹੜੇ ਸਾਨੂੰ ਆਹ ਜਵਾਬ ਦੇਣਗੇ। ਤੇ ਉਹਨਾਂ ਕਿਸਾਨਾਂ ਦੇ ਜ਼ਰੀਏ ਉਹ ਇਸ ਅੰਦੋਲਨ ਨੂੰ ਕਾਊਂਟਰ ਕਰਨ ਨੂੰ ਫਿਰਦੀ ਆ। ਔਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਮੋਦੀ ਸਾਹਿਬ, ਈਵੈਂਟ ਇਹ ਨਹੀਂ ਕਿ ਜੋ ਦਿੱਲੀ ਦੇ ਵਿੱਚ ਕਿਸਾਨ ਆ ਕੇ ਕਰ ਰਹੇ। ਈਵੈਂਟ ਇਹ ਆ ਜਿਹੜਾ ਤੁਸੀਂ ਆਰਗੇਨਾਈਜ਼ ਕਰ ਰਹੇ ਹੋ, ਜਿਹਦੇ ਵਿੱਚ ਝੂਠੇ ਕਿਸਾਨ ਆ ਜਿਹੜੇ ਆ ਉਹ ਲੈ ਕੇ ਆ ਰਹੇ ਹੋ। ਸੋ ਆਪਣਾ ਇੱਥੇ ਜਿਹੜਾ ਮਕਸਦ ਆ ਕਰਨ ਦਾ ਉਹ ਇਹੀ ਆ। ਸਾਨੂੰ ਪਤਾ ਕਿ ਜੇ ਲੋਕਤੰਤਰ ਦਾ ਕਤਲ ਜੋ ਇੰਡੀਆ ਵਿੱਚ ਹੋ ਰਿਹਾ, ਤਾਂ ਅਸੀਂ ਇੱਥੋਂ ਚਾਹੁੰਦੇ ਆ ਕਿ ਸਾਡਾ ਆਹ ਪ੍ਰੋਟੈਸਟ ਕਰਨਾ ਕਿ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਜੋ UN ਹੈ ਜਾਂ ਹੋਰ ਜਿੰਨੇ ਵੀ ਇੰਟਰਨੈਸ਼ਨਲ ਲੈਵਲ ਤੇ ਇਹ ਉਸ ਨੂੰ ਸਮਝਣ ਤੇ ਉੱਥੇ ਆ ਕੇ ਆਪ ਇੰਟਰਫੇਅਰ ਕਰਨ ਤਾਂ ਕਿ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਇਨਸਾਫ ਮਿਲ ਸਕੇ। ਬਿਲਕੁਲ ਸੰਧੂ ਸਾਹਿਬ, ਮੈਂ ਦੇਖ ਰਿਹਾ ਵੀ ਤੁਸੀਂ ਲੱਡੂਆਂ ਦੇ ਹੱਥ ਵਿੱਚ ਫੜਿਆ ਹੋਇਆ ਹੈ, ਪੂਰਾ ਥਾਲ ਹੀ ਇੱਕ ਕਿਸਮ ਦਾ ਕਹਿ ਲਓ। ਤੇ ਕੀ ਕਹਿਣਾ ਚਾਹੋਗੇ ਵੀ ਅੱਜ ਜਿਹੜੀ ਇਹ ਪ੍ਰਦਰਸ਼ਨ ਤੁਸੀਂ ਇੱਥੇ ਇਕੱਠੇ ਹੋਏ ਹੋ, ਤੁਸੀਂ ਸਵੇਰ ਤੋਂ ਲਗਾਤਾਰ ਚਾਹ ਦਾ ਲੱਡੂਆਂ ਦੀ ਸੇਵਾ ਕਰ ਰਹੇ ਹੋ, ਸਮੋਸਿਆਂ ਦੀ ਸੇਵਾ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਵੀਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜਿੰਨੇ ਵੀ GTV ਵੇਖ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹੀ ਹੈ ਕਿ ਜਿੱਥੇ ਵੇਖੋ ਪਹਿਲੇ ਪਾਤਸ਼ਾਹ ਨੇ ਇਹ ਪ੍ਰਥਾ ਸ਼ੁਰੂ ਕੀਤੀ ਹੈ, ਉਹ ਭਲਾਂ ਦੀ ਦਿੱਲੀ ਬੈਠੇ ਕਿਸਾਨ ਹੋਣ, ਭਲਾਂ ਦੀ ਆਪਣੇ ਗੁਰਦੁਆਰੇ ਹੋਣ, ਭਲਾਂ ਦੀ ਕੈਨੇਡਾ ਕਿਤੇ ਵੀ ਪ੍ਰੋਟੈਸਟ ਹੁੰਦਾ ਹੋਵੇ, ਜੇ ਫਾਰਮਰ ਰਹੂਗਾ ਤਾਂ ਫੂਡ ਰਹੂਗਾ ਜੀ। ਪਰ ਇਹ ਖਾਲਸਾ ਦੀ ਇੱਕ ਸਿਫਤ ਰਹੀ ਆ, ਜਿੱਥੇ ਵੀ ਕਿਤੇ ਲੰਗਰ ਲੱਗੇ ਉੱਥੇ ਥੋੜ ਨਹੀਂ ਆਈ। ਬਿਲਕੁਲ ਬਿਲਕੁਲ, ਤੁਸੀਂ ਉੱਥੇ ਹੁਣ ਦਿੱਲੀ ਦੇ ਵਿੱਚ ਵੀ ਇਹ ਦੇਖ ਰਹੇ ਆ, ਕਿਤੇ ਕਹਿ ਰਹੇ ਇਹਨਾਂ ਦਾ ਕਿਸਾਨਾਂ ਤੇ ਵੀ ਇਹ ਵੀ ਇਤਰਾਜ਼ ਹੋ ਰਿਹਾ ਵੀ ਉੱਥੇ ਪੀਜ਼ਿਆਂ ਦੇ ਲੰਗਰ ਲਾਏ ਆ, ਉੱਥੇ ਘੁੰਮਣ ਪੈਣਾ। ਕੀ ਮੈਂ ਕਿ ਹੁਣ ਕਿਹੜੀ ਗੱਲ ਤੇ ਇਤਰਾਜ਼ ਕਰਨਗੇ? ਹੁਣ ਤੁਸੀਂ ਵਿਨੀਪੈਗ 'ਚ ਅੱਜ ਮਾਈਨਸ ਮਿਲਣਾ ਦਾ -20 ਤੋਂ ਉੱਤੇ ਟੈਂਪਰੇਚਰ ਆਈ, ਅੱਜ ਇੰਨੀ ਠੰਡ 'ਚ ਵੀ ਲੰਗਰ ਚੱਲ ਰਹੇ ਨੇ। ਅਸੀਂ ਜਿਹੜੀ ਇੱਥੇ ਲੋਕਲ ਪੁਲਿਸ ਆ ਉਹ ਵੀ ਵੇਖ ਕੇ ਹੈਰਾਨ ਹੋ ਰਹੀ ਹੈ ਕਿ ਯਾਰ ਤੁਸੀਂ ਤੁਹਾਡਾ ਸਿਸਟਮ ਆਲਵੇਸ ਉੱਥੇ ਹੀ ਜਾ ਵੜਦਾ ਕਿ ਤੁਸੀਂ ਲੋਕਾਂ ਨੂੰ ਗਰਮ ਚਾਰਮਰ ਹੀ ਨਾ ਰਿਹਾ, ਫੂਡ ਨਹੀਂ ਰਹਿਣਾ। ਬਿਲਕੁਲ। ਤੇ ਵਿਨੀਪੈਗ ਦੇ ਵਿੱਚ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰੱਖੋਗੇ ਜਾਂ ਹਾਂਜੀ ਸਰਕਾਰ ਦੇ ਨਹੀਂ ਇਹ ਬਿੱਲ ਵਾਪਸ ਲੈਂਦੇ? ਵੇਖੋ ਜੀ, ਜਿਹੜਾ ਸਰਕਾਰ ਦਾ ਕੰਮ ਉਹ ਆਪਦਾ ਕਰੀ ਜਾਂਦੀ, ਜਿਹੜੀ ਸਾਡੀ ਸੇਵਾ ਗੁਰੂ ਨੇ ਲਾਈ ਅਸੀਂ ਆਪਦਾ ਕਰੀ ਜਾਂਦੇ ਆ ਜੀ। ਠੀਕ ਹੈ ਜੀ, ਸਾਡੀ ਇਹੀ ਬੇਨਤੀ ਹੈ ਜੀ ਸਰਕਾਰ ਨੂੰ ਵੀ ਕਿ ਪਲੀਜ਼ ਇਹ ਜਿਹੜੇ ਕਾਲੇ ਕਾਨੂੰਨ ਨੇ ਵਾਪਸ ਲਿੱਤੇ ਜਾਣ। ਪਹਿਲਾਂ ਆਪਣੇ ਕਾਰ ਰੈਲੀ ਹੋਈ ਵਿਨੀਪੈਗ ਜਾਂ ਜਿੱਥੇ ਵੀ ਸਾਰੀ ਦੁਨੀਆ 'ਚ ਆਪਣੇ ਪੰਜਾਬੀ ਭਰਾ ਨੇ, ਜਿੱਥੋਂ ਜਿਹਦਾ ਜੋ ਬਣਦਾ ਜੀ ਪਲੀਜ਼ ਆਪਣੇ ਇਹ ਕਾਨੂੰਨਾਂ ਦੇ ਅਗੇਂਸਟ ਖੜੇ ਹੋਣ। ਤੇ ਬਾਕੀ ਸਰਕਾਰ ਆਪਦਾ ਕੰਮ ਕਰੀ ਜਾਊਗੀ, ਅਸੀਂ ਆਪਦਾ ਕਰੀ ਜਾਣਾ। ਸੋ ਆਪਣੇ ਨਾਲ ਵਿਨੀਪੈਗ ਦੀਆਂ ਲੇਡੀਜ਼ ਵੀ ਅੱਜ ਪਹੁੰਚੀਆਂ ਹੋਈਆਂ ਨੇ, ਜਿੱਥੇ ਬੱਚੇ ਬਜ਼ੁਰਗ ਸਾਰੇ ਆਪਣਾ ਯੋਗਦਾਨ ਪਾ ਰਹੇ ਨੇ। ਆਪਣੇ ਨਾਲ ਸੰਦੀਪ ਕੌਰ ਭੱਟੀ ਜੀ ਜੋ ਅਕਸਰ
ਕਮਿਊਨਿਟੀ ਦੇ ਮਸਲਿਆਂ ਤੇ ਹਮੇਸ਼ਾ ਆਵਾਜ਼ ਚੱਕਦੇ ਨੇ ਤੇ ਹਮੇਸ਼ਾ ਵੱਧ ਚੜ ਕੇ ਅੱਗੇ ਹੋ ਕੇ ਕਮਿਊਨਿਟੀ ਦਾ ਸਾਥ ਦਿੰਦੇ ਨੇ। ਉਹਨਾਂ ਤੋਂ ਪੁੱਛਾਂਗੇ, ਸੰਦੀਪ ਜੀ, ਜਿਹੜੀ ਅੱਗੇ ਆਪਣੀ 6 ਤਰੀਕ ਦੀ ਰੈਲੀ ਹੋਈ ਆ ਜੀ, ਅੱਜ ਦੁਆਰਾ ਤੁਹਾਨੂੰ ਕੀ ਜ਼ਰੂਰਤ ਮਹਿਸੂਸ ਹੋਈ ਕਿ ਇਸ ਤਰ੍ਹਾਂ ਚੌਂਕਾਂ ਦੇ ਵਿੱਚ ਖੜ ਕੇ ਪ੍ਰੋਟੈਸਟ ਕਰ ਰਹੇ ਹਾਂ ਆਪਾਂ? ਸਰਪਾਲ ਵੀਰ ਜੀ, ਪਹਿਲਾਂ ਤਾਂ ਤੁਹਾਨੂੰ ਤੇ ਨਾਲ ਹੀ ਜੀ ਅਜੀਤ ਵੈਬ ਟੀਵੀ ਦੇ ਜਿੰਨੇ ਦਰਸ਼ਕ ਆ ਜੀ, ਮੇਰੇ ਵੱਲੋਂ ਪਿਆਰੀ ਨਿੱਘੀ ਸਤਿ ਸ਼੍ਰੀ ਅਕਾਲ। ਤੇ ਜਿਹੜੀ ਗੱਲ ਕਰ ਰਹੇ ਹਾਂ ਜੀ, 6 ਤਰੀਕ ਦੀ ਜਿਹੜੀ ਰੈਲੀ ਸੀ ਉਹ ਇੱਕ ਚੁਣੌਤੀ ਸੀ ਔਰ ਉਹ ਸਰਕਾਰ ਤੱਕ ਸਿਰਫ ਆਵਾਜ਼ਾਂ ਪਹੁੰਚਾਉਣ ਦੀ ਇੱਕ ਕੋਸ਼ਿਸ਼ ਸੀ ਕਿ ਜਿੰਨੀ ਛੇਤੀ ਸਰਕਾਰ ਆਪਦੇ ਜਿਹੜੇ ਇਹ ਕਾਲੇ ਕਾਨੂੰਨ ਆ ਵਾਪਸ ਲੈ ਲੂਗੀ ਤਾਂ ਉਹਨਾਂ ਵਾਸਤੇ ਚੰਗਾ ਵਾ। ਪਰ ਮੈਨੂੰ ਇਹ ਲੱਗ ਰਿਹਾ ਜੀ ਕਿ ਸਰਕਾਰ ਜਿਹੜੀ ਆ ਸ਼ਾਇਦ ਆਪਦੇ ਕੰਨਾਂ ਤੇ ਅੱਖਾਂ ਤੇ ਪੱਟੀਆਂ ਲਪੇਟ ਕੇ ਸੁੱਤੀ ਆ। ਸੋ ਉਹਨਾਂ ਦੇ ਬੋਲੇ ਜਿਹੜੇ ਕੰਨ ਨੇ ਜੀ, ਉਹਨਾਂ ਤੱਕ ਜਿਹੜੀਆਂ ਆਵਾਜ਼ਾਂ ਨੇ ਦੁਨੀਆ ਭਰ ਦੇ ਵਿੱਚੋਂ ਜਿਸ ਤਰੀਕੇ ਨਾਲ ਅਸੀਂ ਪਹੁੰਚਾ ਸਕਦੇ ਹਾਂ ਉਹਦੇ ਵਿੱਚ ਹੀ ਇਹ ਇੱਕ ਚੱਲਦੀ ਮੁਹਿੰਮ ਹੈਗੀ ਆ। ਸੋ ਅੱਜ ਜਿਹੜੀ ਅੱਜ ਪ੍ਰੋਟੈਸਟ ਦੇਖ ਰਹੇ ਹੋ ਜੀ, ਅੱਜ ਅਸੀਂ ਲੈਜਿਸਲੇਟਿਵ ਬਿਲਡਿੰਗ ਜਿਹੜੀ ਕਿ ਵਿਨੀਪੈਗ ਸ਼ਹਿਰ ਦੀ ਲੈਜਿਸਲੇਟਿਵ ਬਿਲਡਿੰਗ ਹੈਗੀ ਆ ਜੀ, ਉਹਦੇ ਬਾਹਰ ਖੜੇ ਇੱਥੇ ਜੈਸੀ ਠੰਡ ਦੇ ਵਿੱਚ ਸਾਡੇ ਭਰਾ ਭੈਣਾਂ, ਸਾਡੇ ਬੱਚੇ, ਸਾਡੇ ਬਜ਼ੁਰਗ ਦਿੱਲੀ 'ਚ ਪ੍ਰੋਟੈਸਟ ਕਰ ਰਹੇ ਆ, ਦੁਨੀਆ ਦੇ ਹਰ ਕੋਨੇ 'ਚ ਕਰ ਰਹੇ ਆ ਜੀ, ਅਸੀਂ ਵਿਨੀਪੈਗ ਵੱਲੋਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਤੇ ਹੌਸਲੇ ਨਾਲ ਹੌਸਲਾ ਰਲਾ ਕੇ ਇੱਥੇ ਖੜੇ ਆ ਔਰ ਸਾਨੂੰ ਪੂਰੀ ਉਮੀਦ ਆ ਜੀ ਅੱਜ ਨਹੀਂ ਤਾਂ ਕੱਲ੍ਹ ਇਹ ਕਾਨੂੰਨ ਵਾਪਸ ਹੋਣਗੇ ਔਰ ਸਾਡੀ ਜਿੱਤ ਹੋਊਗੀ ਜੀ। ਜਿਸ ਤਰ੍ਹਾਂ ਹੁਣ 1 ਮਹੀਨੇ ਤੋਂ ਲਗਭਗ ਉੱਪਰ ਦਾ ਸਮਾਂ ਹੋ ਗਿਆ ਉੱਥੇ ਕਿਸਾਨਾਂ ਨੂੰ ਦਿੱਲੀ ਵਿੱਚ ਬੈਠਿਆਂ ਨੂੰ ਐਡਾ ਸੰਘਰਸ਼ ਕਰ ਰਹੇ ਆ, ਲਗਾਤਾਰ ਗਿਣਤੀ ਵੱਧਦੀ ਜਾ ਰਹੀ ਆ। ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਐਡਾ ਲੰਬਾ ਇਕੱਠ ਹੋਈ ਜਾਵੇ ਉਹਨੂੰ ਸਾਂਭਣਾ ਵੀ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਤੇ ਸਰਕਾਰ ਜੋ ਆਪਣੀਆਂ ਚਾਲਾਂ ਚੱਲ ਰਹੀਆਂ ਉਹਦੇ 'ਚ ਕਿਤੇ ਨਾ ਕਿਤੇ ਕਾਮਯਾਬ ਹੋਏਗੀ? ਦੇਖੋ ਜੀ, ਸਰਕਾਰ ਤਾਂ ਚਾਹੁੰਦੀ ਆ ਕਿ ਜਿੰਨਾ ਲੰਮਾ ਇਹ ਪ੍ਰੋਟੈਸਟ ਹੋਊਗਾ, ਹੰਭ ਕੇ ਹਾਰ ਕੇ ਇਹ ਜਿਹੜੇ ਕਿਸਾਨ ਨੇ ਜੀ ਮੁੜ ਜਾਣਗੇ। ਪਰ ਮੈਨੂੰ ਲੱਗਦਾ ਜੀ ਉਹਨਾਂ ਦੀ ਜਿਹੜੀ ਸੋਚ ਆ ਸ਼ਾਇਦ ਉਹਨਾਂ ਨੇ ਇਹ ਚੀਜ਼ ਸਰਪਲ ਜੀ ਸਮਝੀ ਨਹੀਂ ਕਿ ਜਿਹੜਾ ਕਿਸਾਨ ਦਾ ਹੌਸਲਾ, ਕਿਉਂਕਿ ਕਿਸਾਨ ਦਾ ਜਿਹੜਾ ਸਬਰ ਆ, ਸੰਤੋਖ ਆ, ਸ਼ਾਇਦ ਹੀ ਕਿਸੇ ਕੋਲੇ ਹੋਵੇ, ਕਿਉਂਕਿ 6-6 ਮਹੀਨੇ ਫਸਲ ਨੂੰ ਉਡੀਕਣਾ ਤੇ ਫਿਰ ਉਹਨੂੰ ਪੁੱਤਾਂ ਵਾਂਗੂ ਪਾਲ ਕੇ ਉਹਨੂੰ ਸਾਂਭਣਾ, ਤਾਂ ਇਹ ਸਬਰ ਸ਼ਾਇਦ ਕਿਸਾਨਾਂ 'ਚ ਹੀ ਆ। ਸੋ 1 ਮਹੀਨਾ ਤਾਂ ਮੇਰੇ ਖਿਆਲ ਨਾਲ ਕੁਛ ਨਹੀਂ। ਤੁਸੀਂ ਹੌਸਲੇ ਦੇਖੋ ਜੀ, ਜਿੱਦਣ ਦਿੱਲੀ ਨੂੰ ਚਾਲੇ ਪਾਏ ਸੀ ਉਦੋਂ ਉਹ ਰਾਸ਼ਨ ਇਕੱਠਾ ਸੀ ਜੀ, ਕਹਿੰਦੇ ਵੀ 4-4 ਮਹੀਨਿਆਂ ਦਾ ਰਾਸ਼ਨ ਆ ਔਰ ਅੱਜ ਦੀ ਘੜੀ ਜੀ ਜਿਹੜੇ ਹਰਿਆਣੇ ਦੇ ਬਾਰਡਰ ਜਿਸ ਤਰੀਕੇ ਨਾਲ ਬੰਨ ਲਾਏ ਸੀ ਉਹ ਉਹਨਾਂ ਦੀ ਮੂੰਹ ਤੇ ਕਾਰੀ ਜਿਹੜੀ ਚਪੇੜ ਲਾ ਕੇ ਜਿਸ ਤਰੀਕੇ ਨਾਲ ਦਿੱਲੀ ਦਾਖਲ ਹੋਏ ਨੇ, ਤਾਂ ਮਹੀਨਾ ਤਾਂ ਕੋਈ ਗੱਲ ਨਹੀਂ ਸਰਪਾਲ ਜੀ। ਮੈਨੂੰ ਲੱਗਦਾ ਜੇ ਸਰਕਾਰ 4 ਮਹੀਨੇ ਵੀ ਨਾ ਉੱਠੀ ਤਾਂ ਵੀ ਜਿਹੜੇ ਹੈਗੇ ਆ ਜੀ ਕਿਸਾਨ, ਉਹਨਾਂ ਦੇ ਹੌਸਲੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ। ਮੋਦੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਲੰਘ ਕੇ ਗਿਆ, ਉਸ ਤੋਂ ਅਗਲੇ ਦਿਨ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਪਹੁੰਚਦੇ ਨੇ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮਤਲਬ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਮੋਦੀ ਸਾਹਿਬ ਨੇ? ਦੇਖੋ ਜੀ, ਉਹ ਤਾਂ ਇੱਕ ਤਰੀਕੇ ਨਾਲ ਮੈਨੂੰ ਜੋ ਲੱਗਦਾ ਹੈਗਾ ਬੀਇੰਗ ਐਨ ਇੰਡੀਵਿਜੂਅਲ, ਦੇਖੋ ਗੁਰੂ ਘਰ ਸਾਰਿਆਂ ਲਈ ਖੁੱਲੇ ਨੇ। ਸੋ ਇੱਕ ਜੇ ਕੋਈ ਵੀ ਨਿਮਾਣਾ ਹੋ ਕੇ ਉੱਥੇ ਪਹੁੰਚਦਾ ਤਾਂ ਉਹ ਗੁਰੂ ਘਰ ਦੇ ਜਿਹੜੇ ਆ ਜੀ ਦਰਵਾਜ਼ੇ, ਚਾਹੇ ਉਹ ਕੋਈ ਵੀ ਆ ਜੀ, ਉੱਥੇ ਨਾ ਕੋਈ ਪ੍ਰਾਈਮ ਮਿਨਿਸਟਰ ਆ ਨਾ ਕੋਈ ਪ੍ਰੈਜ਼ੀਡੈਂਟ ਆ ਜੀ, ਹਰ ਇੱਕ ਸੰਗਤ ਦੇ ਰੂਪ 'ਚ ਜਾਂਦਾ। ਮੋਦੀ ਸਾਹਿਬ ਸ਼ਾਇਦ ਉੱਥੇ ਗਏ ਸੀ ਵੀ ਸ਼ਾਇਦ ਮੈਂ ਧਾਰਮਿਕ ਰੰਗਤ ਜਿਹੜੀ ਹੈ ਜੀ ਦੇ ਕੇ, ਇਹ ਜਿਹੜੀ ਇੱਕ ਵਿਸ਼ਵਾਸ ਮੈਂ ਸਿੱਖ ਹਾਂ ਜਿਹੜੀ ਹਮੇਸ਼ਾ ਜੀ ਦਸਤਾਰ ਬੰਨ੍ਹ ਕੇ ਉਹਨਾਂ ਦੀ ਕੋਸ਼ਿਸ਼ ਸੀ। ਪਰ ਮੈਂ ਇੱਕ ਚੀਜ਼ ਜ਼ਰੂਰ, ਸਾਡੀ ਜਿਹੜੀ ਉੱਥੋਂ ਦੀ ਰਕਾਬਗੰਜ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਜੀ, ਇੱਕ ਗੁਸਤਾਖੀ ਮੈਂ ਮੰਨਦੀ ਹਾਂ ਕਿ ਗੁਰੂ ਘਰ ਜਾਣਾ ਕੋਈ ਚਲੋ ਗਲਤ ਨਹੀਂ ਸੀ, ਪਰ ਉੱਥੇ ਜਿਹੜਾ ਸਰੋਪਾ ਸਾਹਿਬ ਦਿੱਤਾ ਗਿਆ ਉਹ ਸ਼ਾਇਦ ਨਹੀਂ ਦੇਣਾ ਸੀ, ਕਿਉਂਕਿ ਸਰੋਪੇ ਦਾ ਜਿਹੜਾ ਮਹੱਤਵ ਆ ਉਹ ਮੇਰੇ ਖਿਆਲ ਨਾਲ ਸ਼ਾਇਦ ਅਸੀਂ ਭੁੱਲੇ ਬੈਠੇ ਹਾਂ ਕਿ ਉਹ ਕਿਹਨੂੰ ਕਦੋਂ ਕਿਵੇਂ ਦੇਣਾ ਚਾਹੀਦਾ। ਸੋ ਉਹ ਜਿਹੜੀ ਸੀ ਜੀ ਇੱਕ ਸਿਰਫ ਕੋਸ਼ਿਸ਼ ਸੀ ਵੀ ਇਹਨਾਂ ਨੂੰ ਧਾਰਮਿਕ ਤਰੀਕੇ ਨਾਲ ਅਸੀਂ ਸ਼ਾਇਦ ਮਨਾ ਲਈਏ, ਪਰ ਮੇਰੇ ਖਿਆਲ ਨਾਲ ਉਹ ਵੀ ਚਾਲ ਪੁੱਠੀ ਪੈ ਗਈ ਜੀ ਮੋਦੀ ਸਾਹਿਬ ਤੇ। ਜਿਹੜਾ ਹੁਣ ਆਪਣਾ ਦਿੱਲੀ ਦਾ ਸੰਘਰਸ਼ ਆ, ਮਤਲਬ ਜੇ ਆਪਾਂ ਸੰਖੇਪ ਦੇ ਵਿੱਚ ਦੇਖਣਾ ਜਾਵੇ, ਹੱਲੇ ਤੱਕ ਕੋਈ ਤੁਹਾਨੂੰ ਪ੍ਰਾਪਤੀਆਂ ਉਹਦੀਆਂ ਲੱਗ ਰਹੀਆਂ ਵੀ ਕਿੱਡੀਆਂ ਪ੍ਰਾਪਤੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਉਹਦੀਆਂ? ਵੀਰ ਜੀ, ਸਭ ਤੋਂ ਵੱਡੀ ਪ੍ਰਾਪਤੀ ਜੇ ਤੁਸੀਂ ਸੰਘਰਸ਼ ਦੀ ਦੇਖੋ ਉਹ ਹੈਗੀ ਹੈ ਜੀ ਇਕਜੁੱਟਤਾ। ਜਿੰਨੇ ਜਣੇ ਵੀ ਉੱਥੇ ਬੈਠੇ ਆ ਉਹਨਾਂ ਦੇ ਸ਼ਕਲ ਆਕਾਰ ਵੱਖੋ ਵੱਖ ਨੇ ਜੀ, ਬਜ਼ੁਰਗ, ਮਾਵਾਂ, ਭੈਣਾਂ, ਬੱਚੇ, ਭੈਣ ਭਰਾ ਸਾਡੇ। ਸਭ ਤੋਂ ਜਿਹੜੀ ਅੱਛੀ ਗੱਲ ਆ ਜੀ ਸ਼ਾਂਤਮਈ ਔਰ ਉਹਨਾਂ ਦਾ ਆਪਸ 'ਚ ਰਲ ਮਿਲ ਕੇ ਚੱਲਣਾ ਔਰ ਕਿਸੇ ਵੀ ਚੀਜ਼ ਨੂੰ ਲੈ ਕੇ ਉੱਥੇ ਦੇਖੋ ਜੀ ਨੌਜਵਾਨ ਪੀੜ੍ਹੀ ਆ ਉੱਥੇ। ਹੁਣ ਦਿੱਲੀ ਦੇ ਵਿੱਚ ਕਿਸੇ ਇੱਕ ਵੀ ਐਸੀ ਖਬਰ ਦਾ ਨਸ਼ਰ ਨਾ ਹੋਣਾ ਕਿ ਕਿਸੇ ਨੇ ਉੱਥੋਂ ਦੀ ਕਿਸੇ ਵੀ ਔਰਤ ਨਾਲ, ਕੁੜੀ ਨਾਲ ਕੋਈ ਛੇੜਖਾਨੀ ਕੀਤੀ ਹੋਵੇ, ਕਿਸੇ ਤਰੀਕੇ ਦੀ ਉੱਥੇ ਕੋਈ ਗਲਤ ਅਨਸਰਾਂ ਨੇ ਕੋਈ ਹਰਕਤ ਕੀਤੀ ਹੋਵੇ। ਇਹ ਮੇਰੇ ਖਿਆਲ ਨਾਲ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਦਰਜ ਹੋ ਚੁੱਕਿਆ, ਹੋਊਗਾ ਨਹੀਂ ਹੋ ਚੁੱਕਿਆ ਕਿ ਇਸ ਤੋਂ ਵਧੀਆ ਔਰ ਇਸ ਤੋਂ ਸੁਚੱਜਾ ਅੰਦੋਲਨ ਸ਼ਾਇਦ ਹੀ ਕਦੇ ਹੋਇਆ ਹੋਵੇ। ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ ਆਪਦੇ ਆਪ। ਸੋ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰੱਖੋਗੇ? ਬਿਲਕੁਲ ਜੀ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆ ਔਰ ਇਹੀ ਅਰਦਾਸ ਕਰਦੇ ਹਾਂ, ਅੱਜ ਵੀ ਕਰਦੇ ਹਾਂ ਜੀ, ਕਿਉਂਕਿ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਜਿਹੜੇ ਹੈਗੇ ਜੀ, ਇਹ ਸਾਡੀ ਸਾਰੀ ਸਿੱਖ ਸੰਗਤ ਲਈ ਬਹੁਤ ਹੀ ਦੁੱਖਮਈ ਇਹ ਦਿਨ ਹੁੰਦੇ ਨੇ ਔਰ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਜੀ। ਸਾਡਾ 10ਵਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਜਿਹੜੀ ਸ਼ਹੀਦੀ ਦਿਨ, ਉਹਨਾਂ ਦੇ ਬੱਚਿਆਂ ਦੇ ਜਿਹੜੇ ਸ਼ਹੀਦੀ ਦਿਵਸ ਸੀ ਜੀ, ਉਹਨਾਂ ਨੂੰ ਸ਼ਤ-ਸ਼ਤ ਪ੍ਰਣਾਮ ਆ ਜੀ। ਸਾਡੇ ਵਾਸਤੇ ਉਸ ਗੁਰੂ ਨੇ ਸਰਬੰਸ ਵਾਰ ਦਿੱਤਾ ਔਰ ਇਸੇ ਠੰਡ ਦੇ ਵਿੱਚ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਨਾਲ ਦੀ ਨਾਲ ਜੀ ਇਹ ਹੌਸਲਾ ਹਮੇਸ਼ਾ ਬਣਿਆ ਰਹੂ ਕਿ ਇਹ ਜਿੱਤ
ਹੋ ਚੁੱਕੀ ਆ, ਬਸ ਸਰਕਾਰ ਦਾ ਮੰਨਣਾ ਬਾਕੀ ਆ ਜੀ। ਬਿਲਕੁਲ ਅਖੀਰ ਦੇ ਵਿੱਚ ਕੋਈ ਸੁਨੇਹਾ ਜਿਹੜੇ ਦਿੱਲੀ ਬੈਠੇ ਆਪਣੇ ਭੈਣ ਭਾਈ ਆ ਜਾਂ ਬਾਕੀ ਦੇਸ਼ ਦੁਨੀਆ ਦੇ ਵਿੱਚ ਜਿੱਥੇ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਮੈਂ ਇਹੀ ਸੁਨੇਹਾ ਦਊਂਗੀ ਜੀ, ਜਿੱਥੇ ਹੈਗੇ ਹੋ, ਜਿੱਥੇ ਤੱਕ ਆਵਾਜ਼ ਸੁਣ ਰਹੇ ਹੋ, ਡਟੇ ਰਹੋ। ਸਾਡੀ ਆਵਾਜ਼ ਜਿੰਨਾ ਚਿਰ ਅਸੀਂ ਰਲ ਕੇ ਇਕੱਠੇ ਹੋ ਕੇ ਇਕੱਠੇ ਇਸ ਪ੍ਰਦਰਸ਼ਨ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਇਹ ਇੱਕ ਸਭ ਤੋਂ ਵੱਡੀ ਕਰਾਰੀ ਚੋਟ ਦੇਵਾਂਗੇ ਜਿਹੜੇ ਅਡਾਨੀ ਆ ਜੀ, ਅੰਬਾਨੀ ਆ ਜਾਂ ਹੋਰ ਕਾਰਪੋਰੇਟ ਘਰਾਣੇ ਆ, ਤੇ ਉਹਨਾਂ ਦਾ ਜਿਹੜਾ ਸਰਕਾਰਾਂ ਦੇ ਉੱਤੇ ਜਿਹੜਾ ਪ੍ਰਭਾਵ ਆ ਜੀ, ਉਹਨਾਂ ਨੂੰ ਇੱਕ ਨਾ ਇੱਕ ਦਿਨ ਜਿਹੜਾ ਹੈਗਾ ਜੀ ਗੋਡਿਆਂ ਤੇ ਤਾਂ ਉਹ ਆਏ ਪਏ ਨੇ, ਹੁਣ ਸਿਰਫ ਝੁਕਣਾ ਬਾਕੀ ਆ ਜੀ ਉਹਨਾਂ ਦਾ। ਤੁਸੀਂ ਕੁਝ ਕਹਿਣਾ ਚਾਹੋਗੇ ਤੁਹਾਡੇ ਚੋਂ ਜੀ ਜੇ ਕੋਈ ਸੁਨੇਹਾ ਮੈਨੂੰ ਲੱਗਦਾ? ਸੋ ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਇਹ ਸੰਦੀਪ ਪੱਟੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ, ਤੇ ਇਸੇ ਤਰ੍ਹਾਂ ਇਹਨਾਂ ਦਾ ਕਹਿਣਾ ਕਿ ਇਸੇ ਤਰ੍ਹਾਂ ਹੀ ਸੰਘਰਸ਼ ਦਾ ਸਾਥ ਦਿੰਦੇ ਰਹਿਣਗੇ ਜਦ ਤੱਕ ਕਿ ਮੋਦੀ ਸਰਕਾਰ ਆਪਣੀ ਆਵਾਜ਼ ਜਾਂ ਬਿੱਲ ਵਾਪਸ ਨਹੀਂ ਲੈ ਲੈਂਦੀ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।